ਮੈਂ ਮਨਵੀਰ ਕੌਰ, ਤੁਸੀਂ ਜੁੜੇ ਹੋਏ ਹੋ ਸੋਸ਼ਲ ਪੋਸਟ ਦੇ ਨਾਲ। ਖਾਸ ਪ੍ਰੋਗਰਾਮ ਹੁੰਦਾ ਵੀਕਐਂਡ ਦਾ ਰਣਜੀਤ ਸਿੰਘ ਕੁੱਕੀ ਗਿੱਲ ਜੀ ਦੇ ਨਾਲ। ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ, ਸਭ ਤੋਂ ਵੱਧ ਸਮਾਜ ਦੇ ਪ੍ਰੋਗਰਾਮ 'ਚ ਦੇਵਾਂਗੇ ਇਜ਼ਰਾਈਲ ਪੈਲੇਸਟੀਨ ਕੌਨਫਲਿਕਟ ਨੂੰ, ਜਿਹੜਾ ਵੈਸੇ ਤਾਂ ਹਿਸਟੋਰੀਕਲੀ ਰਿਲੀਜੀਅਸਲੀ ਆਪਾਂ ਦੇਖੀਏ ਤਾਂ ਹਜ਼ਾਰਾਂ ਸਾਲ ਪੁਰਾਣਾ ਹੈ, ਬਟ ਇਨ ਕੰਟੈਂਪਰੇਰੀ ਇਰਾ ਦੇ ਵਿੱਚ 1948 'ਚ ਜਦੋਂ ਇਜ਼ਰਾਈਲ ਬਣਦਾ ਹੈਗਾ ਤਾਂ ਉਸ ਤੋਂ ਬਾਅਦ ਪੈਲੇਸਟੀਨ ਦੇ ਏਰੀਏ ਨੂੰ ਖਾਂਦਾ ਹੀ ਜਾਂਦਾ ਤੇ ਉੱਥੋਂ ਦੇ ਲੋਕਾਂ ਦਾ ਜਿਹੜਾ ਜੀਣਾ ਆ ਉਹ ਮੁਸ਼ਕਿਲ ਕਰੀ ਰੱਖਦਾ ਇਜ਼ਰਾਈਲ। ਉਸ ਪੂਰੇ ਮਸਲੇ ਨੂੰ ਸਮਝਣਾ ਔਰ ਹੁਣ ਹਮਾਸ ਨੇ ਇਹ ਅਟੈਕ ਕਰਕੇ ਕੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੂਰਾ ਵੈਸਟ ਏਸ਼ੀਆ ਉਹਦੇ ਵਿਚਲੀ ਪੋਲਿਟਿਕਸ ਕਿਵੇਂ ਅਫੈਕਟ ਹੋ ਸਕਦੀ ਹੈ। ਦੇਖੀਏ ਤਾਂ ਦੁਨੀਆ ਹੁਣ ਜਿਹੜੀ ਆ ਮਲਟੀਪੋਲਰ ਹੋ ਚੁੱਕੀ ਹੈ। ਕਈ ਸਾਡੇ ਸਾਹਮਣੇ ਵਿਸ਼ੇ, ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ, ਜੰਗਾਂ ਇੱਕ ਤਰ੍ਹਾਂ ਦੀਆਂ ਸਾਹਮਣੇ ਖੜੀਆਂ ਨੇ। ਨਾਲ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ SYL ਤੇ ਵਿਵਾਦ ਐਂਡ ਮੋਰ ਲਾਈਕਲੀ ਡਰਾਮੇਬਾਜ਼ੀ, ਇਸ ਵਿਵਾਦ ਦੇ ਅਰਾਊਂਡ ਸਾਡੀ ਪੋਲੀਟੀਕਲ ਡਰਾਮੇਬਾਜ਼ੀ ਚੱਲ ਰਹੀ ਹੈ ਔਰ ਨਾਲ ਹੀ ਕਦੀ ਕਾਂਗਰਸ ਵਾਲੇ ਬੀਜੇਪੀ 'ਚ ਚਲੇ ਗਏ ਔਰ ਫਿਰ ਬੀਜੇਪੀ ਤੋਂ ਵਾਪਸ ਆ ਗਏ। ਇਹ ਜਿਹੜਾ ਰੁਝਾਨ ਹੈਗਾ ਇੱਥੇ ਆਈਡੀਓਲੋਜੀ ਕਿੱਥੇ ਖੜੀ, ਆਈਡੀਓਲੋਜੀ ਦੀ ਕੀ ਕੀਮਤ ਰਹਿ ਜਾਂਦੀ ਹੈ ਇਸ ਜਗ੍ਹਾ ਦੇ ਉੱਤੇ ਆ ਕੇ। ਮੈਂ ਸਭ ਤੋਂ ਪਹਿਲਾਂ ਰਣਜੀਤ ਸਿੰਘ ਕੁੱਕੀ ਗਿੱਲ ਜੀ ਨੂੰ ਸ਼ਾਮਿਲ ਕਰਦੀ ਹਾਂ। ਥੈਂਕ ਯੂ ਕਹਿੰਦੀ ਹਾਂ ਜੀ, ਤੁਸੀਂ ਜੁਆਇਨ ਕੀਤਾ ਸਰ। ਥੈਂਕ ਯੂ ਸੋ ਮਚ ਮਨਵੀਰ। ਸਤਿ ਸ੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਯੂਕਰੇਨ ਰਸ਼ੀਆ ਵਾਰ 1 ਸਾਲ ਹੋ ਗਿਆ ਆਪਾਂ ਦੇਖ ਰਹੇ ਹੈਗੇ ਆ। ਹੁਣ ਦੁਨੀਆ ਦੇ ਦੂਸਰੇ ਕੋਨੇ ਦੇ ਵਿੱਚ ਵੈਸਟ ਏਸ਼ੀਆ ਰੀਜਨ ਜਿਹੜਾ ਆਪਣਾ ਕਿਹਾ ਜਾਂਦਾ ਹੈ, ਜਿੱਥੇ ਸਾਰੀਆਂ ਅਰਬ ਦੀਆਂ ਕੰਟਰੀਜ਼ ਨੇ, ਮੈਡੀਟਰੇਨੀਅਨ ਦੇ ਨਾਲ ਲੱਗਦੀ ਗਾਜ਼ਾ ਪੱਟੀ, ਉੱਥੋਂ ਹਮਾਸ ਵੱਲੋਂ ਇਜ਼ਰਾਈਲ ਦੇ ਵਿੱਚ ਲਾਸਟ ਵੀਕ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਤਾਂ ਆਪਾਂ ਐਂਡ ਤੇ ਛੋਟਾ ਜਿਹਾ ਟੱਚ ਕੀਤਾ ਸੀ ਕਿਉਂਕਿ ਆਪਣੇ ਸਾਹਮਣੇ ਨਿਊਜ਼ ਫਲੈਸ਼ ਹੋ ਚੁੱਕੀ ਸੀ। ਹਮਾਸ ਦੇ ਫਾਈਟਰਸ, ਜਿਨ੍ਹਾਂ ਨੂੰ ਦੁਨੀਆ ਦਾ ਵੱਡਾ ਹਿੱਸਾ ਟੈਰਰਿਸਟ ਵੀ ਕਹਿੰਦਾ ਹੈਗਾ, ਆਪਾਂ ਪ੍ਰੋਗਰਾਮ 'ਚ ਫਾਈਟਰਸ ਤੱਕ ਹੀ ਲਿਮਿਟ ਰੱਖ ਲੈਂਦੇ ਹਾਂ ਕਿ ਹਮਾਸ ਦੇ ਫਾਈਟਰਸ ਇਜ਼ਰਾਈਲ ਦੇ ਵਿੱਚ ਇਨਵੇਡ ਕਰਦੇ ਨੇ, 1200 ਮੌਤਾਂ ਹੁੰਦੀਆਂ ਨੇ। ਇਜ਼ਰਾਈਲ ਜਿਹੜਾ ਬਹੁਤ ਹੀ ਮਹਾਨ ਦੇਸ਼ ਸਿਕਿਉਰਿਟੀ ਐਂਡ ਇੰਟੈਲੀਜੈਂਸ ਦੇ ਪੱਖੋਂ ਮੰਨਿਆ ਜਾਂਦਾ ਹੈ, ਇੱਕ ਫੇਲੀਅਰ ਨਜ਼ਰ ਆਉਂਦਾ। ਤੇ ਉਸ ਤੋਂ ਬਾਅਦ ਅੱਜ ਹਾਲਾਤ ਇਹ ਨੇ ਕਿ ਜਿਸ ਤਰ੍ਹਾਂ ਦੀ ਰਿਟੈਲੀਏਸ਼ਨ ਜਾਂ ਜਿਸ ਤਰ੍ਹਾਂ ਦਾ ਰਵੱਈਆ ਹੁਣ ਇਜ਼ਰਾਈਲ ਨੇ ਪੈਲੇਸਟੀਨੀਆਂ ਦੇ ਖਿਲਾਫ ਗਾਜ਼ਾ ਦੇ ਵਿੱਚ ਕੀਤਾ ਹੈ, ਉੱਥੋਂ ਲੋਕਾਂ ਦੀ ਆਲਮੋਸਟ 2000 ਦੇ ਕਰੀਬ ਆਲਮੋਸਟ ਮੌਤਾਂ ਹੋ ਚੁੱਕੀਆਂ ਨੇ, ਬੱਚਿਆਂ ਦੀਆਂ ਵੀ। ਖਾਣਾ ਕੱਟ ਹੋ ਚੁੱਕਾ, ਇੰਟਰਨੈਟ ਕੱਟ ਹੋ ਚੁੱਕਾ, ਹੋਰ ਜਿਹੜਾ ਪਾਣੀ ਐਂਡ ਐਵਰੀਥਿੰਗ, ਔਰ ਉਹਨਾਂ ਨੂੰ ਮੂਵ ਕਰਨ ਦੇ ਲਈ ਕਹਿ ਦਿੱਤਾ ਗਿਆ। ਇਹ ਸਿਨੈਰੀਓ ਇੱਕ ਪਾਸੇ ਸਾਡੇ ਸਾਹਮਣੇ ਯੂਕਰੇਨ ਰਸ਼ੀਆ ਵਾਰ ਹੈ, ਹੁਣ ਦੂਸਰਾ ਵੱਡਾ ਕਨਫਲਿਕਟ ਇਹ ਹੈ। ਕਿਵੇਂ ਇਹ ਆਪਾਂ ਇਹਨਾਂ ਨੂੰ ਦੋਨਾਂ ਨੂੰ ਪੈਰਲਲ ਰੱਖ ਕੇ ਕਿਵੇਂ ਤੁਸੀਂ ਦੇਖਦੇ ਹੋ ਕਿ ਦੁਨੀਆ ਕਿਹੜੇ ਪਾਸੇ ਨੂੰ ਚੱਲ ਰਹੀ ਹੈ? ਜਿਹੜਾ ਹੁਣ ਇਜ਼ਰਾਈਲ ਦਾ ਤੇ ਹਮਾਸ ਦਾ ਕਨਫਲਿਕਟ ਆਇਆ ਸਾਹਮਣੇ, ਹੁਣ ਤਾਂ ਉਹ ਇਜ਼ਰਾਈਲ ਤੇ ਪੈਲੇਸਟੀਨੀਅਨ ਕਨਫਲਿਕਟ ਬਣ ਗਿਆ ਹੈਗਾ ਦੁਬਾਰਾ। ਇਹ ਕਿਉਂਕਿ ਕਾਫੀ ਇਹਦੀ ਲੰਮੀ ਹਿਸਟਰੀ ਹੈ ਇਸ ਕਨਫਲਿਕਟ ਦੀ, ਦੋਨੋਂ ਦੀ, ਇਜ਼ਰਾਈਲ ਦੀ ਵੀ ਤੇ ਪੈਲੇਸਟਾਈਨੀਅਨ ਦਾ, ਦੋਨਾਂ ਦਾ ਹੋਮਲੈਂਡ ਇੱਕ ਸਾਂਝਾ ਲੈਂਡ ਹੈਗਾ। ਬੜਾ ਛੋਟਾ ਜਿਹਾ ਇਹ ਏਰੀਆ ਹੈਗਾ ਤੇ ਇੱਥੇ 3 ਜਿਹੜੇ ਹੈਗੇ ਵਖਰੇਵੇਂ ਨੇ, ਬਹੁਤ ਵੱਡੇ ਪੁਰਾਣੇ ਟੈਰੀਟੋਰੀਅਲ ਡਿਸਪਿਊਟਸ ਨੇ ਵੀ ਕਿਹਦਾ ਅਸਲ 'ਚ ਕਲੇਮ ਹੈ। ਕਿਉਂਕਿ 1948 ਤੋਂ ਪਹਿਲੇ ਇਹ ਜਿਹੜਾ ਲੈਂਡ ਸੀਗਾ ਇਹ ਸਾਰਾ ਕੰਟਰੋਲ ਸੀਗਾ ਬ੍ਰਿਟਿਸ਼ ਕੋਲੇ। ਉਦੋਂ ਇਹਦੇ 2 ਭਾਈਵਾਲ ਸੀਗੇ, ਪੈਲਸਟਾਈਨਸ ਤੇ ਇਜ਼ਰਾਈਲ ਵਾਲੇ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਇਹਦੇ 'ਚ UN ਵੀ ਇੰਟਰਵੀਨ ਕੀਤਾ ਕਿ ਇਹਦਾ ਕੋਈ ਰੈਜ਼ੋਲੂਸ਼ਨ ਨਿਕਲ ਸਕੇ। ਅਲਟੀਮੇਟਲੀ ਰੈਜ਼ੋਲੂਸ਼ਨ ਇਹਦਾ ਇਹ ਨਿਕਲਿਆ ਕਿ 1948 ਦੇ ਵਿੱਚ ਇੱਕ ਜੂਇਸ਼ ਸਟੇਟ ਦੀ ਫਾਰਮੇਸ਼ਨ ਹੁੰਦੀ ਹੈਗੀ ਜਿਹਦਾ ਨਾਂ ਇਜ਼ਰਾਈਲ ਰੱਖਿਆ ਜਾਂਦਾ ਹੈਗਾ। ਉਹਦੇ ਵਿੱਚ ਹੁਣ ਸਾਰੀ ਦੁਨੀਆ ਦੇ ਜਿਹੜੇ ਜੂ ਨੇ ਉਹ ਕਿਤੇ ਵੀ ਕੋਨੇ 'ਚ ਹੋਣ, ਉਹ ਜਦੋਂ ਮਰਜ਼ੀ ਆ ਕੇ ਉੱਥੇ ਆਪਣੀ ਨਾਗਰਿਕਤਾ ਲੈ ਸਕਦੇ ਨੇ ਤੇ ਉਹਨੂੰ ਵਸਾਉਣ ਦਾ ਕੰਮ ਸਰਕਾਰ ਕਰਦੀ ਹੈਗੀ ਹੈ। ਇੱਕ ਇਹਨਾਂ ਦਾ ਬ੍ਰਦਰਹੁੱਡ ਆ ਬਹੁਤ ਵੱਡਾ, ਕਿਉਂਕਿ ਜਿਹੜਾ ਇਹ ਕਨਫਲਿਕਟ ਸੀਗਾ ਇਹ ਟਾਈਮ ਟੂ ਟਾਈਮ ਵਰਲਡ ਦੇ ਸੀਨ 'ਤੇ ਰਿਹਾ ਹੈਗਾ, ਪਰ ਹੁਣ ਪਿਛਲੇ ਕਈ ਸਾਲਾਂ ਤੋਂ ਇਹ ਕਨਫਲਿਕਟ ਜਿਹੜਾ ਸੀ ਵਰਲਡ ਸੀਨ ਤੋਂ ਨਿਕਲ ਗਿਆ ਸੀਗਾ। ਜਦ ਕਿ ਜਿਹੜੀ ਆਕੂਪੇਸ਼ਨ ਆ ਇਜ਼ਰਾਈਲ ਦੀ ਉਹ ਲਗਾਤਾਰ ਜਾਰੀ ਰਹੀ ਹੈ, ਕਿਉਂਕਿ ਉੱਥੇ ਇਸ ਟਾਈਮ 'ਤੇ ਜਿਹੜੀ ਗੌਰਮੈਂਟ ਹੈਗੀ ਆ ਉਹ ਹੁਣ ਤੱਕ ਦੀਆਂ ਸਾਰੀਆਂ ਗੌਰਮੈਂਟਾਂ ਨਾਲੋਂ ਮੋਸਟ ਐਕਸਟ੍ਰੀਮ ਰਾਈਟ ਵਿੰਗ ਦੀ, ਆਲਮੋਸਟ ਤੁਸੀਂ ਕਹਿ ਲਓ ਕਿ ਆਰਥੋਡਾਕਸ, ਜਿਵੇਂ ਮੁੱਲਿਆਂ ਦੀ ਸਰਕਾਰ ਆ ਇਰਾਨ 'ਚ, ਉਸ ਦਾ ਇਹ ਦੂਜਾ ਰੂਪ ਹੈਗਾ ਜਿਹੜਾ ਇਜ਼ਰਾਈਲ ਵਿੱਚ ਇਸ ਟਾਈਮ 'ਤੇ ਪ੍ਰੈਜ਼ੈਂਟ ਗੌਰਮੈਂਟ ਆ, ਹੈਡਡ ਬਾਏ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ। ਅਤੇ ਜਿਹੜੇ ਉਹਨਾਂ ਦੇ ਕਈ ਕੁਛ ਮਿਨਿਸਟਰ ਨੇ ਜਿਹੜੇ ਉਹਨਾਂ ਦੇ ਟੈਰਰਿਸਟ ਲਿੰਕ ਵੀ ਰਹੇ ਨੇ ਅਤੇ ਉਹ ਐਜ਼ ਏ ਟੈਰਰਿਸਟ ਕਨਵਿਕਟ ਵੀ ਹੋਏ ਨੇ, ਜਿਹੜੇ ਉਹ ਪ੍ਰੋਮੀਨੈਂਟ ਮਿਨਿਸਟਰਸ ਨੇ ਇਸ ਮਿਨਿਸਟਰੀ ਦੇ ਵਿੱਚ। ਉਹ ਜਿਹੜੇ ਹੈਗੇ ਆ ਉਹਨਾਂ ਦਾ ਮੇਨ ਆਦੇਸ਼ ਹੈਗਾ ਕਿ ਪੈਲਸਟਾਈਨਾਂ ਦੀ
ਟੋਟਲੀ ਹੋਂਦ ਜਿਹੜੀ ਆ ਉਹ ਮਿਟਾ ਦਿੱਤੀ ਜਾਵੇ, ਭਾਵੇਂ ਉਹ ਵੈਸਟ ਬੈਂਕ ਵਿੱਚ ਹੋਵੇ ਜਿਹੜਾ ਕਿ ਆਕੂਪਾਈਡ ਵੈਸਟ ਬੈਂਕ ਹੈਗਾ, ਤੇ ਚਾਹੇ ਗਾਜ਼ਾ ਸਟ੍ਰਿਪ ਹੋਵੇ। ਜਿਹੜੀ ਗਾਜ਼ਾ ਤੇ ਵੈਸਟ ਬੈਂਕ ਹੈਗੇ ਆ, ਇਹ ਦੋਨੋਂ ਪਹਿਲੇ ਵੈਸਟ ਬੈਂਕ ਜਾਰਡਨ ਦਾ ਪਾਰਟ ਸੀਗਾ, ਤੇ ਜਿਹੜਾ ਗਾਜ਼ਾ ਸੀਗਾ ਉਹ ਇਜਿਪਟ ਦਾ ਪਾਰਟ ਸੀਗਾ। ਪਰ ਡਿਊਰਿੰਗ 1967 ਵਾਰ ਵੇਲੇ ਇਹ ਦੋਨੋਂ ਟੈਰੀਟਰੀਜ਼ ਇਜ਼ਰਾਈਲ ਨੇ ਆਕੂਪਾਈ ਕਰ ਲਈਆਂ ਸੀ, ਤੇ ਉਸ ਤੋਂ ਬਾਅਦ ਇਹਨਾਂ ਦਾ ਹੀ ਉੱਥੇ ਕਬਜ਼ਾ ਹੈਗਾ। ਤੇ ਇੱਥੇ ਹੀ ਜਿਹੜੀ ਕੰਸਨਟ੍ਰੇਸ਼ਨ ਹੈਗੀ ਆ, ਜੇ ਗਾਜ਼ਾ ਵਿੱਚ ਲਾਈਏ ਤਾਂ ਦੁਨੀਆ ਦੀ ਸਾਰਿਆਂ ਨਾਲੋਂ ਜ਼ਿਆਦਾ ਹੈਵੀਲੀ ਡੈਂਸਲੀ ਪਾਪੂਲੇਟਡ ਏਰੀਆ ਜਿਹੜਾ ਹੈਗਾ ਗਾਜ਼ਾ ਹੈਗਾ। ਤੇ ਗਾਜ਼ਾ ਨੂੰ ਇਹ ਵੀ ਕਿਹਾ ਜਾਂਦਾ ਹੈਗਾ, ਮਤਲਬ ਕਿ ਆਮ ਵਕੈਬਲਰੀ ਦੇ ਵਿੱਚ, ਕਿ ਗਾਜ਼ਾ ਇੱਕ ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਓਪਨ ਏਅਰ ਪ੍ਰਿਜ਼ਨ। ਇਸੇ ਤਰ੍ਹਾਂ ਵੈਸਟ ਬੈਂਕ ਹੈਗਾ, ਉੱਥੇ ਵੀ ਇਸੇ ਤਰ੍ਹਾਂ ਦੇ ਹਾਲਾਤ ਨੇ। ਜਿਹੜੇ ਜੂਇਸ਼ ਸੈਟਲਮੈਂਟਸ ਨੇ, ਜਿਨ੍ਹਾਂ ਨੂੰ ਕਿ ਇਲੀਗਲ ਕਰਾਰ ਦਿੱਤਾ ਹੋਇਆ ਵੈਸਟਰਨ ਵਰਲਡ ਨੇ ਵੀ ਤੇ ਯੂਨਾਈਟਿਡ ਨੇਸ਼ਨਸ ਨੇ ਵੀ, ਉਹ ਉਸ ਦੇ ਬਾਵਜੂਦ ਉੱਥੇ ਜਿਹੜੀਆਂ ਸੈਟਲਮੈਂਟਸ ਨੇ ਜਿੱਥੇ ਯਹੂਦੀਆਂ ਨੂੰ ਵਸਾਇਆ ਜਾ ਰਿਹਾ, ਜੂਸ਼ ਨੂੰ, ਉਹ ਲਗਾਤਾਰ ਵੱਧ ਰਹੀਆਂ ਨੇ। ਤੇ ਜਿਹੜੇ ਪੈਲਸਟਾਈਨ ਸਾਰੇ ਹੈਗੇ ਲੋਕੀ, ਉਹਨਾਂ ਨੂੰ ਆਪਣੇ ਘਰਾਂ ਤੋਂ ਬੇਘਰ ਕੀਤਾ ਜਾ ਰਿਹਾ। ਪਹਿਲੇ ਉਹਨਾਂ ਨੂੰ ਮੇਨਲੈਂਡ ਵਿੱਚੋਂ ਖਦਿਆੜਿਆ, ਫਿਰ ਹੁਣ ਉਹਨਾਂ ਨੂੰ ਜਿਹੜੀਆਂ ਟੈਰੀਟਰੀਜ਼ 'ਚੋਂ ਰਹਿੰਦੇ ਨੇ, ਜਿਹੜੀਆਂ ਆਕੂਪਾਈਡ ਟੈਰੀਟਰੀਜ਼ ਨੇ, ਤਾਂ ਹੀ ਉਹਨਾਂ ਨੂੰ ਆਕੂਪਾਈਡ ਟੈਰੀਟਰੀਜ਼ ਕਹਿੰਦੇ ਹੈਗੇ ਆ, ਕਿ ਦੂਸਰੇ ਮੁਲਕ ਤੋਂ ਨਾਲ ਜੋੜੀਆਂ ਹੋਈਆਂ ਨੇ, ਤੇ ਇੱਥੇ ਟੋਟਲ ਕੰਟਰੋਲ ਆ ਇਜ਼ਰਾਈਲੀ ਗਵਰਨਮੈਂਟ ਦਾ। ਹੁਣ ਜਿਹੜਾ, ਕਿਉਂਕਿ ਪਹਿਲੇ ਅਫਗਾਨਿਸਤਾਨ ਵਾਰ ਚੱਲੀ, ਹੁਣ ਖਤਮ ਹੋਈ ਆ ਕੇ 2 ਸਾਲ ਪਹਿਲੇ, ਉਸ ਤੋਂ ਬਾਅਦ ਫਿਰ ਯੂਕਰੇਨ ਦੀ ਵਾਰ ਸ਼ੁਰੂ ਹੋ ਗਈ। ਸੋ ਦੁਨੀਆ ਦੀ ਅਟੈਂਸ਼ਨ ਸਾਰੀ ਜਿਹੜੀ ਹੈਗੀ ਆ ਹੁਣ ਡਿਵਰਟ ਹੋ ਕੇ ਪਹਿਲੇ ਯੂਕਰੇਨ 'ਤੇ ਆ ਗਈ ਸੀ। ਹੁਣ ਜਿਹੜਾ ਹਮਾਸ ਨੇ ਇਹ ਅਟੈਕ ਕੀਤਾ ਹੈਗਾ ਲਾਸਟ ਸੈਟਰਡੇ ਅਰਲੀ ਮਾਰਨਿੰਗ ਆਵਰਸ ਦੇ ਵਿੱਚ, ਇਹ ਅੱਜ ਤੱਕ ਦਾ ਇਜ਼ਰਾਈਲੀ ਹਿਸਟਰੀ ਦਾ ਸਾਰਿਆਂ ਨਾਲੋਂ ਵੱਡਾ ਅਟੈਕ ਹੈਗਾ। ਤੇ ਜਿਸ ਤਰ੍ਹਾਂ ਦੀ ਬਰੂਟੈਲਿਟੀ ਉਸ ਅਟੈਕ ਵਿੱਚ ਸਾਹਮਣੇ ਆਈ ਹੈ, ਜਿਹਦੇ ਵਿੱਚ ਹੈਵੀ ਕੈਜੁਅਲਟੀ ਹੋਈ ਹੈ ਇਜ਼ਰਾਈਲ ਦੇ ਸੋਲਜਰਸ ਦੀ ਤੇ ਸਿਵਲੀਅਨ ਪਾਪੂਲੇਸ਼ਨ ਦੀ, ਤੇ ਸੈਵਰਲ 100 ਮੇਰੇ ਖਿਆਲ ਹੈਗੇ 100+ ਉਹਨਾਂ ਨੇ ਹੌਸਟੇਜ ਵੀ ਜਿਹੜੇ ਹੈਗੇ ਆ, ਜਿਹੜੇ ਆਏ ਸੀ ਹਮਾਸ ਦੇ ਫਾਈਟਰਸ, ਉਹ ਆਪਣੇ ਨਾਲ ਉਹਨਾਂ ਨੂੰ ਚੱਕ ਕੇ ਉੱਥੇ ਗਾਜ਼ਾ ਦੇ ਵਿੱਚ ਲੈ ਕੇ ਗਏ, ਜਿਹੜਾ ਕਿ ਬਹੁਤ ਵੱਡਾ ਹੁਣ ਇਸ਼ੂ, ਉਹ ਵੀ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ। ਪਰ ਜਿਸ ਤਰ੍ਹਾਂ ਦਾ ਡੇਅਰ ਡੇਵਲ ਅਟੈਕ ਕੀਤਾ ਹਮਾਸ ਨੇ, ਉਹਨਾਂ ਨੇ ਪਾਣੀ ਵੱਲੋਂ ਵੀ ਅਟੈਕ ਕੀਤਾ, ਸਮੁੰਦਰੀ ਰਾਹ ਤੋਂ ਵੀ, ਉਹਨਾਂ ਨੇ ਆਸਮਾਨ 'ਚੋਂ ਵੀ ਅਟੈਕ ਕੀਤਾ ਹੈਗਾ, ਤੇ ਉਹਨਾਂ ਨੇ ਔਨ ਲੈਂਡ ਵੀ ਅਟੈਕ ਕੀਤਾ। ਮਤਲਬ ਕਿ ਸਾਰੇ ਪਾਸਿਆਂ ਤੋਂ ਇਜ਼ਰਾਈਲ ਇੱਕ ਫੈਸਟੀਵਲ ਮਨਾ ਰਿਹਾ ਸੀਗਾ ਆਪਣਾ, ਜਿਹੜਾ ਉਹਨਾਂ ਦਾ ਐਨੂਅਲ ਬੜਾ ਰਿਲੀਜੀਅਸ ਫੈਸਟੀਵਲ ਹੈਗਾ। ਉਸ ਫੈਸਟੀਵਲ ਦੇ ਦੌਰਾਨ ਇਹ ਅਟੈਕ ਹੋਇਆ, ਤੇ ਉਹਦੇ ਵਿੱਚ ਕਾਫੀ ਪਾਪੂਲੇਸ਼ਨ ਈਵਨ ਅਰਲੀ ਆਵਰਸ ਦੇ ਵਿੱਚ ਵੀ ਸੜਕਾਂ 'ਤੇ ਮੌਜੂਦ ਸੀਗੀ। ਤੇ ਜਿਹੜਾ ਉਹਨਾਂ ਨੇ ਅਟੈਕ ਕੀਤਾ ਹੈਗਾ, ਉਹ ਬੜਾ ਹੀ ਵੱਖਰਾ ਕਿਸਮ ਦਾ ਅਟੈਕ ਸੀਗਾ, ਜਿਹਨੇ ਕਿ ਇਜ਼ਰਾਈਲ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ, ਤੇ ਦੱਸਿਆ ਵੀ ਇਹ ਜਾਂਦਾ ਹੈਗਾ ਫੈਕਚੁਅਲ ਸਟੇਟਮੈਂਟ ਦੇ ਵਿੱਚ, ਕਿ ਇਜ਼ਰਾਈਲ ਦੀ ਜਿਹੜੀ ਮੌਸਾਡ ਹੈਗੀ, ਜਿਹੜੀ ਇਹਨਾਂ ਦੀ ਸੀਕ੍ਰੇਟ ਸਰਵਿਸ ਹੈਗੀ ਆ, ਇੰਟੈਲੀਜੈਂਸ ਵਿੰਗ ਆ, ਉਹ ਦੁਨੀਆ ਦੇ ਨਾਮੀ ਇੰਟੈਲੀਜੈਂਸਾਂ ਦੇ ਵਿੱਚ ਉਹਦਾ ਮਿਆਰ ਸ਼ਾਮਲ ਹੈਗਾ। ਇੱਕ ਇਹ ਸੀਗਾ ਕਿ ਇਹਨਾਂ ਨੇ ਟੋਟਲੀ 3 ਪਾਸਿਆਂ ਤੋਂ ਗਾਜ਼ਾ ਨੂੰ ਘੇਰਿਆ ਹੋਇਆ ਫੈਂਸਿੰਗ ਤੇ ਵਾਲ ਦੇ ਰਾਹੀਂ, ਤੇ ਸਿਰਫ ਇੱਕ ਪਾਸਾ ਹੈਗਾ ਸਮੁੰਦਰ, ਉਹ ਵੀ ਅੰਡਰ ਹੈਵੀ ਸਰਵੇਲੈਂਸ ਹੈਗਾ ਇਜ਼ਰਾਈਲ ਦੀ ਆਰਮੀ ਦੇ। ਉਹ ਇਹਨਾਂ ਦੀ ਪ੍ਰੈਪਰੇਸ਼ਨ ਨਹੀਂ, ਇਸ ਦੇ ਬਾਵਜੂਦ ਜਿਸ ਤਰ੍ਹਾਂ ਦਾ ਇਹ ਅਟੈਕ ਹੋਇਆ, ਇਹਨੇ ਟੋਟਲੀ ਐਕਸਪੋਜ਼ ਕਰਤਾ ਇਜ਼ਰਾਈਲ ਦਾ ਸਿਕਿਉਰਿਟੀ ਸੈਟਅਪ। ਜਾਂ ਇਜ਼ਰਾਈਲ ਨੇ ਹੋ ਸਕਦਾ ਅੰਡਰ ਐਸਟੀਮੇਟ ਕੀਤਾ ਹੋਵੇ, ਕਿਉਂਕਿ ਉਹਨਾਂ ਨੂੰ ਇਜਿਪਟ ਵੱਲੋਂ ਇਹ ਜਿਹੜੀ ਸੂਹ ਹੈ ਮਿਲ ਰਹੀ ਸੀ ਕਿ ਉੱਥੇ ਕੋਈ ਜਿਹੜਾ ਅਟੈਕ ਹੈ ਉਹ ਪਲਾਨ ਕੀਤਾ ਜਾ ਰਿਹਾ, ਔਰ ਇਜ਼ਰਾਈਲ ਨੂੰ ਚੌਕਸ ਹੋਣ ਦੀ ਲੋੜ ਆ, ਪਰ ਉਹਦੇ ਤੇ ਐਕਸ਼ਨ ਨਹੀਂ ਕੀਤਾ। ਪਰ ਸਰ ਪੈਲੇਸਟੀਨ ਦੀ, ਅਗਰ ਆਪਾਂ ਫਲਸਤੀਨ ਦੀ ਗੱਲ ਕਰਦੇ ਹਾਂ, ਤਾਂ ਫਲਸਤੀਨੀਆਂ ਦਾ ਬਹੁਤ ਲੰਬਾ ਸੰਘਰਸ਼ ਹੈ ਜੀ। ਫਲਸਤੀਨ ਕਹਿੰਦੇ ਆ ਜੀ ਸਾਡਾ ਦੇਸ਼ ਸੀ, ਸਾਡੇ ਲੋਕਾਂ ਨੂੰ ਉਠਾ ਕੇ ਇੱਥੇ ਯਹੂਦੀ ਦੇਸ਼ ਇਜ਼ਰਾਈਲ ਬਣਾ ਦਿੱਤਾ ਗਿਆ, ਸੋ ਉਹ ਆਪਣੀ ਜਿਹੜੀ ਲੈਂਡ ਆ ਉਹਨੂੰ ਵਾਪਿਸ ਲੈਣਾ ਚਾਹ ਰਹੇ ਹੈਗੇ ਆ। ਪਰ ਅਗਰ ਆਪਾਂ ਸਮੁੱਚੇ ਫਲਸਤੀਨੀਆਂ ਦੇ ਇਸ ਸੰਘਰਸ਼ ਨੂੰ ਦੇਖਦੇ ਹਾਂ, ਤਾਂ ਉਹਦੇ ਵਿੱਚ 2 ਤਰ੍ਹਾਂ ਦੀਆਂ ਆਰਗੇਨਾਈਜੇਸ਼ਨਸ ਦੇ ਨਾਮ ਆਉਂਦੇ ਨੇ ਜੀ। ਇੱਕ ਤਾਂ ਹੈਗਾ ਫਤਿਹ ਗਰੁੱਪ, ਜਿਹਨੂੰ ਕਿਹਾ ਜਾਂਦਾ ਹੈਗਾ, ਔਰ ਦੂਸਰਾ ਹਮਾਸ। ਸੋ ਇਹਨਾਂ ਦੋਨਾਂ ਗਰੁੱਪਸ ਦੀ ਅਪਰੋਚ ਦਾ ਬਹੁਤ ਫਰਕ ਹੈ। ਇੱਕ ਥੋੜੀ ਡੈਮੋਕ੍ਰੈਟਿਕ ਅਪਰੋਚ ਨਾਲ ਚੱਲਣਾ ਚਾਹ ਰਹੇ ਨੇ, ਔਰ ਜਿਹੜੇ ਹਮਾਸ ਹੈ ਇਹ ਆਰਮਡ ਨੇ, ਇੱਕ ਤਰ੍ਹਾਂ ਦੇ ਨਾਲ ਮਿਲਟਰੀ ਵਿੰਗ ਨੇ, ਜਿਹਨੂੰ ਹੁਣ ਇਸ ਸਮੇਂ ਦੁਨੀਆ ਜਿਹੜੀ ਆ ਖਾਸ ਤੌਰ ਤੇ ਵੈਸਟਰਨ ਆਈਡੀਆ ਦੇ ਨਾਲ
ਟੈਰਰਿਸਟ ਵਜੋਂ ਦੇਖਿਆ ਜਾਂਦਾ ਹੈ। ਸੋ ਤੁਹਾਨੂੰ ਕੀ ਲੱਗਦਾ ਸਰ ਕਿ ਇਹਨਾਂ ਦੋਨਾਂ ਜਿਹੜੇ ਪੈਲਸਤੀਨ ਦੇ ਦੋਨੋਂ ਗਰੁੱਪ ਨੇ, ਇੱਕ ਡੈਮੋਕ੍ਰੈਟਿਕ ਔਰ ਇੱਕ ਹਮਾਸ ਵਾਲਾ, ਇਹ ਕਿਵੇਂ ਆਪਣੇ ਹੱਕਾਂ ਦੀ ਪੂਰਤੀ ਵੱਲ ਨੂੰ ਅੱਗੇ ਵੱਧ ਸਕਦੇ ਨੇ ਜਦੋਂ ਆਰਮਡ ਮਿਲੀਟੈਂਟਸ ਨੂੰ ਟੈਰਰਿਸਟ ਕਹਿ ਕੇ ਹੀ ਪਹਿਲਾਂ ਹੀ ਨਕਾਰ ਦਿੱਤਾ ਜਾਂਦਾ ਹੈ ਕਿ ਇਹ ਅੱਤਵਾਦੀ ਨੇ? ਇਹ ਹਮਾਸ ਜਿਹੜਾ ਹੈਗਾ ਨਾ, ਇਹਦੀ ਬੜੀ ਮਤਲਬ ਕਿ ਸਟ੍ਰੇਂਜ ਇਹਨਾਂ ਦੀ ਹੈਗੀ ਆ ਫਾਰਮੇਸ਼ਨ ਦਾ ਜਿਹੜਾ ਹੈਗਾ। ਇਹ ਬੇਸਿਕਲੀ ਮੁਸਲਿਮ ਬ੍ਰਦਰਹੁੱਡ ਫਾਰਮ ਹੋਈ ਸੀਗੀ ਇਜਿਪਟ ਵਿੱਚ ਇਨ 1928। ਉਹਦੇ ਵਿੱਚੋਂ ਇਹ ਅਮਰਜ ਕੀਤੀ ਹੈ ਹਮਾਸ ਸਲੋਲੀ ਵਿਦ ਟਾਈਮ। ਵੈਸੇ ਤਾਂ ਇਹਦੀ ਫਾਰਮੇਸ਼ਨ ਹੋਈ ਹੈ ਕਿ 1987 ਦੇ ਵਿੱਚ, ਜਿਹੜੀ ਹੁਣ ਪ੍ਰੈਜ਼ੈਂਟ ਹਮਾਸ ਹੈਗੀ ਹੈ। ਇਹ ਪਹਿਲੇ ਇਹ ਇਜਿਪਟ 'ਚ ਸ਼ੁਰੂ ਹੋ ਕੇ ਜਦੋਂ ਫਿਰ 1967 ਦੀ ਵਾਰ ਹੋਈ, ਮੈਂ ਥੋੜ੍ਹਾ ਜਿਹਾ ਬਰੀਫ ਹੀ ਇਹ 'ਚ ਦੱਸਣਾ ਚਾਹੂੰਗਾ। ਜਦੋਂ ਵਾਰ ਹੋਈ ਤਾਂ ਗਾਜ਼ਾ ਆਕੂਪਾਈਡ ਹੋ ਗਿਆ, ਪਰ ਉਹ ਇਜ਼ਰਾਈਲ ਦੀ ਟੈਰੀਟਰੀ ਬਣ ਗਿਆ। ਇਸੇ ਤਰ੍ਹਾਂ ਵੈਸਟ ਬੈਂਕ ਟੈਰੀਟਰੀ ਬਣ ਗਿਆ। ਪਹਿਲੇ ਹਮਾਸ ਦੀ ਪ੍ਰੈਜ਼ੈਂਸ ਵੈਸਟ ਬੈਂਕ ਵਿੱਚ ਵੀ ਕਾਫੀ ਸੀਗੀ। ਹਮਾਸ ਇੱਕ ਮਿਲੀਟੈਂਟ ਵਿੰਗ ਹੈਗਾ ਪੈਲਸਟੀਨੀਅਨਸ ਦਾ, ਜਿਹੜਾ ਕਿ ਆਰਥੋਡਾਕਸ ਮੁਸਲਿਮ ਦੇ ਵਿੱਚ ਆਪਣੇ ਰਿਲੀਜਨ ਦੇ ਵਿੱਚ ਬਿਲੀਵ ਕਰਦੇ ਹੈਗੇ ਆ। ਵੈਸੇ ਮੋਸਟਲੀ ਇਹ ਸਾਰੇ ਸੁੰਨੀ ਵੀ ਨੇ ਅਤੇ ਸ਼ੀਅਤ ਵੀ ਨੇ, ਬਹੁਤ ਵੱਡੀ ਪਾਪੂਲੇਸ਼ਨ ਜਿਹੜੀ ਹੈਗੀ ਆ। ਇਹਨਾਂ ਦਾ ਜਦੋਂ ਫਾਰਮੇਸ਼ਨ ਹੋਈ ਅਲਟੀਮੇਟਲੀ, ਜਦੋਂ 1967 ਤੋਂ ਬਾਅਦ ਹੌਲੀ ਹੌਲੀ ਇਸ ਗਰੁੱਪ ਨੇ, ਇਹ ਵੀ ਇੱਕ ਮੁਸਲਿਮ ਬ੍ਰਦਰਹੁੱਡ ਦੀ ਗਰੁੱਪ ਸੀਗਾ। ਫਿਰ ਇਹਨਾਂ ਨੇ 1973 ਦੇ ਵਿੱਚ ਇਹਨਾਂ ਨੇ ਆਪਣਾ ਇਸਲਾਮਿਕ ਸੈਂਟਰ ਵਜੋਂ ਆਪਣੀ ਆਰਗੇਨਾਈਜੇਸ਼ਨ ਬਣਾਈ, ਹੈਡਡ ਬਾਏ ਸ਼ੇਖ ਅਹਿਮਦ ਯਾਸੀਨ। ਇਹਨਾਂ ਨੂੰ ਇਜ਼ਰਾਈਲ ਨੇ ਵੀ ਰੈਕੋਗਨਾਈਜ਼ ਕੀਤਾ, ਪਹਿਲੇ ਐਜ਼ ਏ ਸੈਂਟਰ ਰੈਕੋਗਨਾਈਜ਼ ਕੀਤਾ, ਫਿਰ ਐਜ਼ ਏ ਐਸੋਸੀਏਸ਼ਨ ਰੈਕੋਗਨਾਈਜ਼ ਕੀਤਾ। ਉਹਦੇ ਨਾਲ ਇਹ ਸੀਗਾ ਕਿ ਇਹ ਆਪਣੀ ਫੰਡਿੰਗ ਰੇਜ਼ ਕਰ ਸਕਦੇ ਸੀ ਡਿਫਰੈਂਟ ਸੋਰਸਿਸ ਦੇ ਰਾਹੀਂ। ਉਹਦੇ ਰਾਹੀਂ ਇਹਨਾਂ ਨੇ ਉੱਥੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਬਣਾਏ, ਮਸਜਿਦ ਬਣਾਈਆਂ, ਫਿਰ ਇੱਕ ਇਸਲਾਮਿਕ ਯੂਨੀਵਰਸਿਟੀ ਬਣਾਈ ਗਾਜ਼ਾ, ਜਿਹੜੀ ਅੱਜ ਵੀ ਹੈਗੀ ਆ। ਇਸ ਤੋਂ ਪਹਿਲੇ ਇਹਨਾਂ ਦੇ ਸਾਰੇ ਸੀਗੇ ਉਹ ਸੋਸ਼ਲ ਮੂਵਮੈਂਟ ਨਾਲ ਐਸੋਸੀਏਟਡ ਕੰਮ ਸੀਗੇ। ਫਿਰ ਵਿਦ ਟਾਈਮ ਜਦੋਂ ਇੰਤਫਾਦਾ ਉੱਠੀ ਵੈਸਟ ਬੈਂਕ ਦੇ ਵਿੱਚ, ਪੈਲਸਟੀਨੀਅਨ ਦੀ ਰੈਜ਼ਿਸਟੈਂਸ ਜਿਹੜੀ ਸੀਗੀ ਉਹ ਇੱਕ ਨਵੀਂ ਸ਼ਕਲ ਵਿੱਚ ਸਾਹਮਣੇ ਆਈ, ਕਿਉਂਕਿ ਇਹ ਪੈਲਸਟਾਈਨ ਇਜ਼ਰਾਈਲ ਕਾਨਫਲਿਕਟ ਬਹੁਤ ਪੁਰਾਣਾ ਹੈਗਾ ਅਤੇ ਇਹਦੀ ਬਹੁਤ ਵਾਇਲੈਂਟ ਹਿਸਟਰੀ ਹੈਗੀ ਆ। ਇਹ ਉਸ ਰੀਜਨ ਦੇ ਵਿੱਚ ਵੈਸਟ ਏਸ਼ੀਆ ਦੇ ਸਾਰਾ ਫੈਲਿਆ ਹੋਇਆ, ਚਾਹੇ ਲੈਬਨਾਨ ਹੈਗਾ, ਚਾਹੇ ਸੀਰੀਆ ਹੈਗਾ, ਅਤੇ ਚਾਹੇ ਇਜਿਪਟ ਹੈਗਾ, ਅਤੇ ਚਾਹੇ ਜਾਰਡਨ। ਇਹਨਾਂ ਦੇ ਜਿਹੜੀ ਨੇਬਰਿੰਗ ਕੰਟਰੀਜ਼ ਹੈਗੀਆਂ ਨੇ ਸਾਰੀਆਂ। ਉਸ ਕਰਕੇ ਜਿਹੜਾ ਹਮਾਸ ਨੇ ਅਲਟੀਮੇਟਲੀ ਦੀ ਫਾਰਮੇਸ਼ਨ ਹੋਈ ਸੀਗੀ 1987 ਦੇ ਵਿੱਚ ਜਾ ਕੇ। ਫਸਟ ਜਦੋਂ ਇੰਤਫਾਦਾ ਉੱਠੀ ਆ, ਇਹਨਾਂ ਨੇ ਉਹਦੇ 'ਚ ਐਕਟਿਵਲੀ ਪਾਰਟੀਸਪੇਟ ਕੀਤਾ, ਅਤੇ ਇਹਨਾਂ ਨੇ ਉਸ ਤੋਂ ਬਾਅਦ ਆਪਣਾ ਸਟਾਂਸ ਬਦਲਿਆ। ਅਤੇ ਫਿਰ 1988 ਕੇ 1990s ਦੇ ਵਿੱਚ ਇਹਨਾਂ ਨੇ ਪਹਿਲਾ ਆਪਣਾ ਮਿਲਟਰੀ ਐਕਸ਼ਨ ਕੀਤਾ ਸੀ, ਜਦੋਂ ਇਹਨਾਂ ਨੇ 2 ਇਜ਼ਰਾਈਲੀ ਸੋਲਜਰਸ ਕਿਡਨੈਪ ਕੀਤੇ ਸੀ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਇਸੇ ਦੌਰਾਨ ਜਦੋਂ ਇਜ਼ਰਾਈਲ ਵੀ ਪ੍ਰੋਐਕਟਿਵ ਹੋਇਆ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਅਮਰਜਿੰਗ ਥ੍ਰੈਟ ਹੈ ਇਹ, ਤਾਂ ਉਹਨਾਂ ਨੇ ਮਾਰਚ 2004 ਦੇ ਵਿੱਚ ਜਿਹੜਾ ਇਹਨਾਂ ਦਾ ਪਹਿਲਾ ਲੀਡਰ ਸੀਗਾ ਸ਼ੇਖ ਅਹਿਮਦ ਯਾਸੀਨ, ਉਹਨੂੰ ਇੱਕ ਬੋਂਬਿੰਗ ਦੇ ਰਾਹੀਂ, ਟਾਰਗੇਟਡ ਬੋਂਬਿੰਗ ਦੇ ਰਾਹੀਂ ਉਹਦੀ ਅਸੈਸੀਨੇਸ਼ਨ ਕਰਤੀ ਸੀ। 1 ਮਹੀਨੇ ਦੇ ਅੰਦਰ ਅੰਦਰ April 2004 ਨੂੰ ਜਿਹੜਾ ਉਹਦਾ ਸਕਸੈਸਰ ਸੀਗਾ ਉਹਨੂੰ ਵੀ ਅਸੈਸੀਨੇਟ ਕਰ ਦਿੱਤਾ ਗਿਆ ਸੀ। ਇਹ ਪਰ ਬਹੁਤਾ ਇਹਨਾਂ ਦੀ ਜੋ ਉਹ ਐਕਟੀਵਿਟੀ ਦਾ ਸੈਂਟਰ ਸੀਗਾ ਉਹ ਵੈਸਟ ਬੈਂਕ ਵਿੱਚ ਵੀ ਸੀਗਾ, ਅਤੇ ਇਹ ਗਾਜ਼ਾ ਵਿੱਚ ਵੀ ਕੰਸਨਟਰੇਟਡ ਸੀਗਾ। ਇਹ ਹੈ ਪੈਲਸਟੀਨੀਅਨਸ ਨੇ, ਪਰ ਇਹ ਇੱਕ ਆਰਗੇਨਾਈਜੇਸ਼ਨ ਆ ਜਿਹਦੇ ਨਾਲ ਕੁਛ ਤਬਕੇ ਦੇ ਪੈਲਸਟੀਨੀਅਨ ਇਹਨਾਂ ਨਾਲ ਜੁੜੇ ਹੋਏ ਨੇ। ਇਹ ਕੋਈ ਬਹੁਤ ਹੀ ਵੱਡੀ ਆਰਗੇਨਾਈਜੇਸ਼ਨ ਨਹੀਂ ਹੈਗੀ, ਜਿਸ ਤਰ੍ਹਾਂ ਕਿ PLO ਸੀਗੀ, ਜਿਹੜੀ ਪੈਲਸਟਾਈਨ ਲਿਬਰੇਸ਼ਨ ਆਰਗੇਨਾਈਜੇਸ਼ਨ ਸੀਗੀ, ਜਿਹਨੇ ਕਿ ਇੰਡੀਪੈਂਡੈਂਸ ਦਾ ਸਟਰਗਲ ਲੜਿਆ ਆਪਣਿਆਂ ਪੈਲਸਟਾਈਨਸ ਦੇ ਲਈ ਅੰਡਰ ਦੀ ਕਮਾਂਡ ਆਫ ਯਾਸਰ ਅਰਾਫਾਤ, ਹੂ ਵੌਨ ਦਾ ਨੋਬਲ ਪੀਸ ਪ੍ਰਾਈਜ਼ ਇਨ 1994। ਜਦੋਂ ਉਹਨਾਂ ਨੇ ਪਹਿਲੇ ਓਸਲੋ ਅਕੋਰਡਸ ਹੋਏ ਸੀਗੇ, ਜਿਹੜੇ ਕਿ US ਅਤੇ UN ਨੇ ਬਰੋਕਰ ਕੀਤੇ ਸੀ, ਕਿ ਇਹਨਾਂ ਵਿੱਚ ਸੰਧੀ ਕਰਾਤੀ ਸੀ ਇਜ਼ਰਾਈਲ ਅਤੇ ਪੈਲਸਟੀਨੀਅਨ ਦੇ ਵਿੱਚ, ਵੀ ਜਿਹੜੇ ਸਰਟਨ ਏਰੀਆਸ ਨੇ ਜਿਵੇਂ ਵੈਸਟ ਬੈਂਕ ਅਤੇ ਗਾਜ਼ਾ ਹੈਗਾ, ਉਹ ਪੋਲੀਟੀਕਲੀ ਐਡਮਿਨਿਸਟ੍ਰੇਟਿਵਲੀ ਐਡਮਿਨਿਸਟ੍ਰੇਟਡ ਹੁੰਦੇ ਸੀਗੇ ਪੈਲਸਟੀਨ ਅਥਾਰਟੀ ਵੱਲੋਂ। ਇਹਨਾਂ ਨੇ 2006 'ਚ ਪਹਿਲੀਆਂ ਇਲੈਕਸ਼ਨਸ ਜਦੋਂ ਹੋਈਆਂ, ਤਾਂ ਉਦੋਂ ਜਿਹੜੀ ਕਮਾਂਡ ਸੀਗੀ ਉਹ ਪੈਲਸਟੀਨ ਅਥਾਰਟੀ ਕੋਲੇ ਆਈ। ਦੂਜੇ ਪਾਸੇ ਗਾਜ਼ਾ ਦੇ ਵਿੱਚ ਇਹਨਾਂ ਨੇ 132 ਸੀਟਾਂ 'ਚੋਂ 74 ਸੀਟਾਂ ਹਮਾਸ ਨੇ ਜਿੱਤੀਆਂ ਸੀਗੀਆਂ,
ਤੇ ਹੁਣ ਉਸ ਤੋਂ ਬਾਅਦ ਅੱਜ ਤੱਕ ਹਮਾਸ ਦੀ ਹੀ ਗਾਜ਼ਾ ਦੇ ਵਿੱਚ ਗਵਰਨਮੈਂਟ ਹੈਗੀ ਹੈ ਤੇ ਵੈਸਟ ਬੈਂਕ ਦੇ ਵਿੱਚ ਹੈਗੀ ਹੈ ਪੈਲਸਟਾਈਨ ਅਥਾਰਟੀ। ਇਹਨਾਂ ਦੀ ਵੱਧਦੀ ਪਾਵਰ ਕਰਕੇ ਅਲਟੀਮੇਟਲੀ ਜਿਹੜਾ PLO ਦਾ ਗਰੁੱਪ ਸੀਗਾ ਫਤਿਹ, ਉਹਨਾਂ ਦਾ ਇਹਨਾਂ ਨਾਲ ਵਾਇਲੈਂਟ ਕਲੈਸ਼ ਹੋਏ ਤੇ ਅਲਟੀਮੇਟਲੀ ਇਹਨਾਂ ਨੂੰ ਵੈਸਟ ਬੈਂਕ ਛੱਡਣਾ ਪਿਆ ਸੀ ਹਮਾਸ ਨੂੰ। ਤੇ ਉਸ ਤੋਂ ਬਾਅਦ ਇਹ ਕੰਸਨਟਰੇਟ ਹੋਏ ਹੈਗੇ ਆ ਸਾਰੇ ਗਾਜ਼ਾ ਸਟ੍ਰਿਪ ਦੇ ਵਿੱਚ। ਗਾਜ਼ਾ ਇੱਕ ਬਹੁਤ ਛੋਟਾ ਜਿਹਾ ਏਰੀਆ ਹੈਗਾ, 41 ਕਿਲੋਮੀਟਰ ਲੰਮਾ ਹੈਗਾ ਤੇ 12 ਕਿਲੋਮੀਟਰ ਇਹ ਵਿਡਥ ਦੇ ਵਿੱਚ ਹੈਗਾ ਐਟ ਦੀ ਹਾਈਐਸਟ ਪੁਆਇੰਟ। ਸਾਰੇ ਪਾਸਿਓਂ ਪਹਿਲੇ ਇਜ਼ਰਾਈਲ ਦੀ ਇਹਦੇ ਤੇ ਟੋਟਲ ਕੰਪਲੀਟ ਆਕੂਪੇਸ਼ਨ ਸੀਗੀ, ਫਿਰ ਹੁਣ ਇਜ਼ਰਾਈਲ ਜਿਹੜਾ ਕੰਧਾਂ ਤੋਂ ਬਾਹਰ ਆ ਗਿਆ ਸੀਗਾ, ਪਰ ਬਾਹਰਲੇ ਪਾਸਿਓਂ ਸਾਰਾ ਇਹ ਘੇਰਿਆ ਹੋਇਆ ਸੀਗਾ ਤੇ ਬੜੀ ਜਿੰਨੀ ਵੀ ਇਹਨਾਂ ਦੀ ਮੂਵਮੈਂਟ ਹੁੰਦੀ ਸੀ ਫਰਮ ਗਾਜ਼ਾ ਟੂ ਇਜ਼ਰਾਈਲ ਜਾਂ ਈਵਨ ਵੈਸਟ ਬੈਂਕ ਦੇ ਵਿੱਚ, ਉਹ ਸਾਰੀ ਕੰਟਰੋਲ ਹੋਈ ਸੀ ਬਾਏ ਇਜ਼ਰਾਈਲੀ ਸਿਕਿਉਰਿਟੀ ਫੋਰਸਿਸ। ਪਰ ਇਹ ਟਾਈਮ ਟੂ ਟਾਈਮ ਇਹਨਾਂ ਦੀ ਵਾਇਲੈਂਟ ਕਲੈਸ਼ਸ ਜਿਹੜੇ ਹੈਗੇ ਇਜ਼ਰਾਈਲ ਸਿਕਿਉਰਿਟੀ ਫੋਰਸਿਸ ਨਾਲ ਚੱਲਦੇ ਰਹੇ ਆ ਤੇ ਇਜ਼ਰਾਈਲ ਦੀਆਂ ਵੀ ਬਹੁਤ ਵਾਰ ਬੌਂਬਿੰਗਸ ਕੀਤੀਆਂ ਨੇ ਉਹਨਾਂ ਨੇ ਗਾਜ਼ਾ ਦੇ ਵਿੱਚ ਆ ਕੇ। ਇਸੇ ਤਰ੍ਹਾਂ ਕਨਫਲਿਕਟ ਵੈਸਟ ਬੈਂਕ ਵਿੱਚ ਵੀ ਲਗਾਤਾਰ ਆਕੂਪੇਸ਼ਨ ਕਰਕੇ ਸਟਰਗਲ ਵਾਇਲੈਂਟ ਹੁੰਦਾ ਰਿਹਾ ਹੈ। ਜੀ, ਮਸਜਿਦ ਦੇ ਵਿੱਚ ਆਪਾਂ ਅਟੈਕ ਦੇਖੇ ਨੇ ਜੋ ਇਜ਼ਰਾਈਲੀ ਫੋਰਸਿਸ ਵੱਲੋਂ ਜਿਸ ਤਰ੍ਹਾਂ ਰੀਸੈਂਟ ਅਟੈਕ ਹੋਇਆ ਜੀ। ਸਰ ਹੁਣ ਤੁਹਾਨੂੰ ਅੱਗੇ ਕੀ ਲੱਗਦਾ ਹੈ, ਅਗਰ ਆਪਾਂ ਪੂਰੇ ਵੈਸਟ ਏਸ਼ੀਆ ਰੀਜਨ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਅਰਬ ਸਪਰਿੰਗ ਨਾਮ ਦੀ ਇੱਕ ਮੂਵਮੈਂਟ ਆਪਾਂ ਪੜ੍ਹਦੇ ਹਾਂ 2010 ਦੀ, ਜੋ ਕਾਫੀ ਕਾਮਯਾਬੀ ਨਜ਼ਰ ਆਉਂਦੀ ਹੈ, ਪਰ ਕੀ ਉਹਦੇ ਹੀ ਫਾਲ ਬੈਕਸ ਆ ਜਿਹੜਾ ਆਲੇ ਦੁਆਲੇ ਦਾ ਸਾਰਾ ਏਰੀਆ ਹੈ ਇਜ਼ਰਾਈਲ ਪੈਲਸਟੀਨ ਨੂੰ ਛੱਡ ਕੇ, ਜਿਹੜਾ ਨਜ਼ਰ ਆਉਂਦਾ ਹੈ ਕਿ ਉਹ ਵੀ ਇਸ ਜੰਗ ਦੇ ਵਿੱਚ ਕੁੱਦ ਸਕਦਾ ਹੈ? ਨਹੀਂ, ਹੁਣ ਮਤਲਬ ਕਿ ਜਿਸ ਤਰ੍ਹਾਂ ਕੱਲ ਇਹਨਾਂ ਦਾ ਸੀਰੀਆ ਦੀਆਂ ਸਿਕਿਉਰਿਟੀ ਫੋਰਸਿਸ ਨਾਲ ਕਲੈਸ਼ ਹੋਇਆ ਹੈਗਾ, ਇਹਨਾਂ ਨੇ ਬੌਂਬਿੰਗਸ ਕੀਤੀਆਂ ਨੇ ਇਜ਼ਰਾਈਲ ਨੇ ਸੀਰੀਆ ਵਿੱਚ, ਕਿਉਂਕਿ ਸੀਰੀਆ ਦਾ ਵੀ ਇੱਕ ਹਿੱਸਾ ਜਿਹੜਾ ਹੈਗਾ ਗੋਲਾਨ ਹਾਈਟਸ, ਉਹ ਵੀ ਇਜ਼ਰਾਈਲ ਨੇ ਆਕੂਪਾਈ ਕੀਤਾ ਹੋਇਆ ਆਫਟਰ 67 ਦੀ ਵਾਰ ਤੋਂ ਬਾਅਦ। ਉਸ ਤੋਂ ਇਹਨਾਂ ਦੀ ਜਿਹੜੀ ਅਪਰਾਈਜ਼ਿੰਗ ਹੈ ਨਾ, ਅਰਬ ਜਿਹੜੀ ਅਪਰਾਈਜ਼ਿੰਗ ਹੋਈ ਸੀ ਉਹ ਟਿਊਨੀਸ਼ੀਆ 'ਚ ਸ਼ੁਰੂ ਹੋਈ ਸੀ 2010 ਤੇ ਫਿਰ ਉਹ ਫੈਲ ਕੇ ਇਜਿਪਟ ਤੱਕ ਵੀ ਆ ਗਈ ਸੀ ਤੇ ਉਹਨਾਂ ਨੇ ਇੱਕ ਵਾਰੀ ਤਖਤੇ ਸਾਰੇ ਥਾਵਾਂ ਤੇ ਪਲਟਦੇ ਸੀਗੇ 10 ਕੰਟਰੀਜ਼ ਦੇ ਵਿੱਚ। ਉਹਦੇ ਵਿੱਚੋਂ ਹੀ ਸੀਰੀਆ ਵਿੱਚ ਵੀ ਰੈਜ਼ਿਸਟੈਂਸ ਜਿਹੜੀ ਸੀ ਗਵਰਨਮੈਂਟ ਦੇ ਅਗੇਂਸਟ ਚੱਲੀ, ਜਿਹੜੀ ਬਹੁਤ ਵਾਇਲੈਂਟ ਚੱਲੀ। ਇੱਕ ਵਾਰੀ ਤਾਂ ਇਹ ਸੀਗਾ ਕਿ ਇਹ ਮੈਪ ਤੋਂ ਹੀ ਸੀਰੀਆ ਜਿਹੜਾ ਦੇਸ਼ ਆ ਉਹ ਖਤਮ ਹੋ ਜਾਊਗਾ, ਪਰ ਅਲਟੀਮੇਟਲੀ ਵਿਦ ਰਸ਼ੀਆ ਸਪੋਰਟ ਸੀਰੀਆ ਜਿਹੜਾ ਸੀਗਾ ਉਹਦੀ ਜਿਹੜੀ ਪ੍ਰੈਜ਼ੀਡੈਂਟ ਅਸਾਦ ਹੈਗਾ ਉਹ ਆਪਣੀ ਪਾਵਰ ਨੂੰ ਬਰਕਰਾਰ ਰੱਖ ਕੇ ਤੇ ਹਜੇ ਵੀ ਉਹ ਪ੍ਰੈਜ਼ੀਡੈਂਟ ਹੀ ਹੈਗਾ। ਇੱਕ ਫੈਮਿਲੀ ਦਾ ਰੂਲ ਆ ਬਹੁਤ ਲੰਮੇ ਚਿਰ ਤੋਂ ਸੀਰੀਆ ਦੇ ਵਿੱਚ। ਸੀਰੀਆ ਇੱਕ ਸ਼ੀਅਤ ਡੋਮੀਨੇਟਡ ਕੰਟਰੀ ਹੈਗਾ, ਪਰ ਉੱਥੇ ਰਾਜ ਜਿਹੜੇ ਕਰ ਰਹੇ ਆ ਉਹ ਸੁੰਨੀ ਨੇ ਜਿਹੜੇ ਅਸਾਦ ਹੋਣਗੇ, ਜਾਂ ਇਹਦੀ ਵੱਖਰੀ ਇਕੁਏਸ਼ਨ ਹੈਗੀ ਆ। ਮਤਲਬ ਕਿ ਇਹ ਮਤਲਬ ਕਿ ਰੀਜਨ ਜਿਹੜਾ ਅਰਬ ਸਪਰਿੰਗ ਨਾਲ ਨਹੀਂ ਜੁੜਿਆ ਹੋਇਆ, ਇੰਤਫਾਦਾ ਜਿਹੜਾ ਪੈਲਸਟੀਨੀਅਨਸ ਦਾ ਹੈਗਾ, ਪਰ ਇਸ ਦੇ ਨਾਲ ਅਫੈਕਟ ਜ਼ਰੂਰ ਹੋਇਆ ਸੀ ਸਾਰੇ ਵੈਸਟ ਏਸ਼ੀਆ ਦੇ ਵਿੱਚ। ਪਰ ਅਲਟੀਮੇਟਲੀ ਜਿਹੜੀ ਅਰਬ ਸਪਰਿੰਗ ਸੀਗੀ ਉਹ ਲੈਸ ਦੈਨ 2 ਇਅਰਸ ਸਾਰੀ ਰੈਪ ਅਪ ਹੋ ਗਈ ਸੀ ਤੇ ਜਿਹੜੇ ਰਜੀਮਸ ਉਹਨਾਂ ਨੇ ਡਿਕਟੋਰੀਅਲ ਰਜੀਮਸ ਜਿਹੜੇ ਟੌਪਲ ਕੀਤੇ ਸੀ ਉਹ ਵਾਪਸ ਪਾਵਰ 'ਚ ਆ ਗਏ। ਜਿਵੇਂ ਕਿ ਹੁਣ ਸੀਸੀ ਜਿਹੜਾ ਪ੍ਰੈਜ਼ੀਡੈਂਟ ਹੈਗਾ, ਮਿਲਟਰੀ ਪਹਿਲੇ ਚੀਫ ਸੀਗਾ ਉਹ ਇਜਿਪਟ ਦਾ, ਹੁਣ ਉਹ ਪ੍ਰੈਜ਼ੀਡੈਂਟ ਹੈਗਾ, ਅਨਡਿਸਪਿਊਟਡ ਲੀਡਰ ਹੈਗਾ। ਤੇ ਜਿਹੜੀ ਮੁਸਲਿਮ ਬ੍ਰਦਰਹੁੱਡ ਸੀ ਜਿਹਦੇ ਕੋਲੇ ਅਰਬ ਸਪਰਿੰਗ ਤੋਂ ਬਾਅਦ ਪਾਵਰ ਆ ਗਈ ਸੀ ਇਜਿਪਟ ਦੇ ਵਿੱਚ, ਉਹਨਾਂ ਨੂੰ ਟੋਟਲੀ ਬੈਨ ਕੀਤਾ ਹੋਇਆ। ਉਹਨਾਂ ਦਾ ਇਵਨ ਜਿਹੜਾ ਪ੍ਰੈਜ਼ੀਡੈਂਟ ਬਣਿਆ ਸੀਗਾ ਮੁਸਲਿਮ ਬ੍ਰਦਰਹੁੱਡ ਦਾ, ਉਹਨੂੰ ਵੀ ਹੈਂਗ ਕਰ ਦਿੱਤਾ ਗਿਆ ਸੀ ਇਜਿਪਸ਼ੀਅਨ ਸਿਕਿਉਰਿਟੀ ਫੋਰਸਿਸ ਵੱਲੋਂ। ਉਸ ਕਰਕੇ ਉੱਥੇ ਉਹਨਾਂ ਨੇ ਸਾਰੀ ਉਹ ਸਬਡਿਊ ਕੀਤੀ ਹੋਈ ਹੈ ਮੂਵਮੈਂਟ, ਪਰ ਟਾਈਮ ਟੂ ਟਾਈਮ ਉੱਥੇ ਵੀ ਵਾਇਲੈਂਟ ਕਲੈਸ਼ਸ ਹੁੰਦੇ ਨੇ। ਮੇਰਾ ਕਹਿਣ ਤੋਂ ਭਾਵ ਆ ਕਿ ਇਹ ਜਿਹੜਾ ਸਾਰਾ ਰੀਜਨ ਆ, ਚਾਹੇ ਲੈਬਨਾਨ ਵਿੱਚ ਹੈਗਾ ਤੇ ਚਾਹੇ ਸੀਰੀਆ ਹੈਗਾ, ਇੱਥੇ ਸਾਰੇ ਥਾਵਾਂ ਤੇ ਕਨਫਲਿਕਟ ਲਗਾਤਾਰ ਚੱਲ ਰਹੇ ਨੇ ਵਿਦਨ ਸਟੇਟਸ। ਕਿਸੇ ਦਾ ਜ਼ਿਆਦਾ ਚੱਲ ਰਿਹਾ, ਕਿਸੇ ਦਾ ਘੱਟ ਚੱਲ ਰਿਹਾ, ਸਾਰਿਆਂ ਨਾਲ ਜ਼ਿਆਦਾ ਪਰ ਜਿਹੜੀ ਡਿਸਟਰਬੈਂਸ ਹੈਗੀ ਉਹ ਵੈਸਟ ਬੈਂਕ ਤੇ ਗਾਜ਼ਾ ਦੇ ਵਿੱਚ ਹੈਗੀ, ਇਜ਼ਰਾਈਲ ਦੀ ਤੇ ਪੈਲਸਟਾਈਨਸ ਦੀ। ਹੁਣ ਕਿਉਂਕਿ ਅਫਗਾਨਿਸਤਾਨ ਵਾਰ ਤੋਂ ਬਾਅਦ ਇਹਨਾਂ ਤੇ ਕੋਈ ਅਟੈਂਸ਼ਨ ਆ ਨਹੀਂ ਸੀ ਰਹੀ। ਦੁਨੀਆ ਨੇ 2 ਵਾਰ ਟਰਾਈ ਕੀਤੀ ਹੈਗੀ, 1992 ਤੇ ਫਿਰ 1994 ਅੰਡਰ ਦੀ ਲੀਡਰਸ਼ਿਪ ਆਫ ਪ੍ਰੈਜ਼ੀਡੈਂਟ ਬਿਲ ਕਲਿੰਟਨ, ਕਿ ਇਹਨਾਂ ਦਾ ਅਕੋਰਡ ਹੋ ਸਕੇ ਤੇ ਅਕੋਰਡ ਇਹਨਾਂ ਦਾ ਹੋਇਆ ਵੀ ਸੀਗਾ, ਜਿਹਨੂੰ ਓਸਲੋ ਅਕੋਰਡਸ ਕਹਿੰਦੇ ਹੈਗੇ। ਉਸ ਤੋਂ ਬਾਅਦ ਕਾਫੀ ਨੋਰਮਲਸੀ ਆ ਗਈ ਸੀਗੀ ਤੇ ਇਹਨਾਂ ਨੂੰ ਐਜ਼ ਏ ਸਟੇਟ
ਹਜੇ ਦੁਨੀਆ ਨੇ ਰੈਕੋਗਨਾਈਜ਼ ਨਹੀਂ ਕੀਤਾ, ਪਰ ਇਹਨਾਂ ਕੋਲ UN ਮੈਂਬਰਸ਼ਿਪ ਹੈਗੀ। UN ਮੈਂਬਰਸ਼ਿਪ ਇਹਨਾਂ ਦੀ ਪੈਲਸਟਾਈਨ ਲਿਬਰੇਸ਼ਨ ਆਰਗੇਨਾਈਜੇਸ਼ਨ ਕੋਲ ਵੀ ਸੀਗੀ। ਉਹ ਇੱਕ ਲੈਫਟਿਸਟ ਸਟਰਗਲ ਵਿੱਚੋਂ ਨਿਕਲਿਆ ਹੋਇਆ ਸੀਗਾ, ਜਿਹੜਾ PLO ਫੈਕਸ਼ਨ ਸੀਗਾ, ਹੈਡਡ ਬਾਈ ਯਾਸਰ ਅਰਾਫਾਤ। ਉਸ ਕਰਕੇ ਪੀਸ ਅਕੋਰਡ ਕਰਕੇ ਹੀ ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀਗਾ, ਅਲੋਂਗ ਵਿਦ ਦਾ ਪ੍ਰਾਈਮ ਮਿਨਿਸਟਰ ਆਫ ਇਜ਼ਰਾਈਲ ਯਿtzhak ਰਬੀਨ, ਤੇ ਨਾਲ ਫੋਰਨ ਮਿਨਿਸਟਰ ਸੀਗਾ ਸ਼ਿਮੋਨ ਪੈਰਸ। ਇਹਨਾਂ ਨੂੰ ਉਸ ਕਰਕੇ ਹੀ ਇਹਨਾਂ ਦੀਆਂ ਐਫਰਟਸ ਨੂੰ ਉਦੋਂ ਅਪਲਾਉਡ ਕੀਤਾ ਗਿਆ ਸੀ ਦੁਨੀਆ ਵੱਲੋਂ ਵੀ। ਇਹਨਾਂ ਨੇ ਇੱਕ ਐਡਾ ਵਾਇਲੈਂਟ ਰੀਜਨ ਜਿਹੜਾ ਹੈਗਾ ਉਹਨੂੰ ਪੀਸ, ਉੱਥੇ ਪੀਸ ਲਿਆਂਦੀ। ਪਰ ਹਮਾਸ ਨੇ ਫਰੋਮ ਦਾ ਵੈਰੀ ਬਿਗਨਿੰਗ ਆਫ ਦਾ ਓਸਲੋ ਅਕੋਰਡਸ ਉਹਨਾਂ ਨੇ ਇਹਨਾਂ ਨੂੰ ਅਪੋਜ਼ ਕੀਤਾ ਸੀਗਾ। ਤੇ ਉਹ ਇਹ ਵੀ ਨਹੀਂ ਮੰਨਦੇ ਕਿ ਉਹ 2 ਨੇਸ਼ਨ ਥਿਊਰੀ ਵਿੱਚ ਮੰਨਦੇ ਨਹੀਂ ਵੀ ਇੱਕ ਪਾਸੇ ਇਜ਼ਰਾਈਲ ਹੋ ਜਾਏ ਤੇ ਦੂਜਾ ਪੈਲਸਟੀਨ ਹੋ ਜਾਏ। ਫਿਰ ਇਹਨਾਂ ਨੇ ਪਿੱਛੇ ਜੇ ਜਾ ਕੇ ਜ਼ਰੂਰ ਇਹਨਾਂ ਨੇ ਇਜ਼ਰਾਈਲ ਬਾਰੇ ਆਪਣਾ ਥੋੜ੍ਹਾ ਸੌਫਟਨ ਕੀਤਾ ਸੀ ਸਟੈਂਸ, ਕਿ ਉਹਨਾਂ ਦੀ ਹੋਂਦ ਨੂੰ ਇਹ ਮੰਨਣ ਲੱਗੇ ਸੀ। ਪਹਿਲੇ ਹੋਂਦ ਇਜ਼ਰਾਈਲ ਦੀ ਮੰਨਦੇ ਹੀ ਨਹੀਂ, ਉਹ ਕਹਿੰਦੇ ਆ ਵੀ ਸਾਰਾ ਸਾਡਾ ਇਲਾਕਾ ਪੈਲਸਟੀਨੀਅਨਸ ਦਾ। ਹੁਣ ਜਿਹੜਾ ਅਟੈਕ ਹੋਇਆ ਨਾ, ਬੜਾ ਵਿਸ਼ੀਅਸ ਤੇ ਬਹੁਤ ਵਾਇਲੈਂਟ ਅਟੈਕ ਹੋਇਆ, ਪਰ ਇਹਨਾਂ ਦੀ ਮੇਰਾ ਖਿਆਲ ਇਹ ਲਾਸਟ ਡਿਚ ਐਫਰਟ ਸੀਗੀ। ਇਹ ਪਤਾ ਵੀ ਸੀਗਾ ਕਿ ਇਹਦੇ ਨਾਲ ਇਜ਼ਰਾਈਲ ਹਿੱਟ ਬੈਕ ਕਰੂਗਾ ਬਹੁਤ ਬੁਰੀ ਤਰ੍ਹਾਂ, ਜਿਹੜਾ ਕਿ ਉਹ ਕਰ ਰਿਹਾ ਹੁਣ ਪਿਛਲੇ 7 ਦਿਨਾਂ ਤੋਂ। ਤੇ ਇਹਦੇ ਨਾਲ ਹੁਣ ਦੁਨੀਆ ਦੇ ਵਿੱਚ ਥੋੜ੍ਹਾ ਰੌਲਾ ਪੈਣ ਲੱਗਾ। ਪਹਿਲੇ ਤਾਂ ਬਲਾਈਂਡਲੀ ਸਾਰਿਆਂ ਨੇ ਉਹ ਵਿਸ਼ੀਅਸਨੈਸ ਕਰਕੇ ਅਟੈਕ ਦੀ ਇਜ਼ਰਾਈਲ ਦੇ ਨਾਲ ਜਾ ਖੜੇ ਸੀ, ਚਾਹੇ ਅਮਰੀਕਾ ਸੀਗਾ ਤੇ ਚਾਹੇ ਯੂਰਪ ਸੀਗਾ। ਰਸ਼ੀਆ ਤੇ ਚਾਈਨਾ ਨੇ ਬੜਾ ਪਹਿਲੇ ਸਬਡਿਊ ਸਟੈਂਸ ਰੱਖਿਆ ਹੈਗਾ। ਹੁਣ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਜਿਹੜੀ ਇਹ ਵਾਰ ਦੇ ਟੈਕਟਿਕਸ ਇਜ਼ਰਾਈਲ ਸਿਕਿਉਰਿਟੀ ਫੋਰਸਿਸ ਵੱਲੋਂ ਅਪਣਾਏ ਜਾ ਰਹੇ ਆ, ਇਹ ਵਾਰ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਹੈਗਾ। ਇਹ ਵਾਰ ਕ੍ਰਾਈਮਸ ਨੇ, ਜਿੱਥੇ ਕਿ ਬੱਚਿਆਂ ਨੂੰ ਵੀ ਮਾਰਿਆ ਜਾ ਰਿਹਾ, ਐਂਬੂਲੈਂਸਿਸ ਨੂੰ ਵੀ ਹਿੱਟ ਕੀਤਾ ਜਾ ਰਿਹਾ, ਹਸਪੀਟਲ, ਐਜੂਕੇਸ਼ਨਲ ਇੰਸਟੀਟਿਊਸ਼ਨਸ। ਉਹਨਾਂ ਨੇ ਇੱਕ ਤਰ੍ਹਾਂ ਨਾਲ ਕਾਫੀ ਵੱਡਾ ਹਿੱਸਾ ਜਿਹੜਾ ਗਾਜ਼ਾ ਦਾ ਉਹ ਰਬਲ ਵਿੱਚ ਬਦਲ ਦਿੱਤਾ ਗਿਆ ਹੈਗਾ। ਹੁਣ ਉਹਨਾਂ ਨੂੰ 24 ਘੰਟੇ ਦਾ ਟਾਈਮ ਦਿੱਤਾ ਹੈਗਾ, ਕਿਉਂਕਿ ਇੱਥੇ 2.3 ਮਿਲੀਅਨ ਲੋਕ ਰਹਿੰਦੇ ਐਡੇ ਛੋਟੇ ਜਿਹੇ ਏਰੀਏ 'ਚ। ਉਹਨਾਂ ਨੂੰ ਕਿਹਾ ਵੀ ਜਿੰਨੇ ਲੋਕ ਹੈਗੇ ਉਹ ਸਾਰੇ ਸਾਊਥ ਗਾਜ਼ਾ ਵੱਲ ਨੂੰ ਮੂਵ ਕਰ ਜਾਣ ਵਿਦਿਨ 24 ਆਵਰਸ। ਤੇ ਉਸ ਤੋਂ ਬਾਅਦ ਸ਼ਾਇਦ ਇਹਨਾਂ ਦੀ ਆਰਮੀ ਜਿਹੜੀ ਹੈਗੀ ਇਜ਼ਰਾਈਲ ਦੀ, ਉਹ ਐਂਟਰ ਕਰੂਗੀ ਇਨ ਸਰਚ ਆਫ ਫਿਊਜੀਟਿਵਸ, ਜਿਹੜੇ ਹਮਾਸ ਦੇ ਲੀਡਰ ਨੇ। ਜਿਵੇਂ ਕਿ ਉਹਨਾਂ ਦਾ ਮੇਨ ਲੀਡਰ ਜਿਹੜਾ ਹੁਣ ਉੱਭਰਿਆ, ਉਹ ਮੁਹੰਮਦ ਦਾਹਿਫ ਉੱਭਰਿਆ ਹੈਗਾ, ਜਿਹਨੇ ਸਾਰਿਆਂ ਨਾਲ ਪਹਿਲੀ ਸਟੇਟਮੈਂਟ ਦਿੱਤੀ ਸੀ ਅਟੈਕ ਦੇ ਨਾਲ ਵੀ ਅਸੀਂ ਹੁਣ ਅਟੈਕ ਕਰਨ ਚੱਲੇ ਹਾਂ, ਇਹ ਸਾਡਾ ਮੋਸਟ ਮਤਲਬ ਕਿ ਇੰਪੋਰਟੈਂਟ ਅਟੈਕ ਹੋਊਗਾ। ਪਰ ਜਿਹੜੀ ਉਹਦੀ ਵਿਸ਼ੀਅਸਨੈਸ ਸਾਹਮਣੇ ਆਈ ਹੈ ਨਾ, ਉਹਦੇ ਦੁਨੀਆ ਨੂੰ ਵੀ ਹਿਲਾ ਕੇ ਰੱਖਤਾ। ਇਹਦਾ ਮਤਲਬ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਇੱਕ ਬਹੁਤ ਵੱਡਾ ਹਿਊਮੈਨੀਟੇਰੀਅਨ ਕ੍ਰਾਈਸਿਸ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਆ ਸਕਦਾ ਹੈਗਾ, ਕਿਉਂਕਿ ਇਹਨਾਂ ਨੇ ਇਜ਼ਰਾਈਲ ਨੇ ਟੋਟਲ ਜਿਹੜੀ ਡਿਪੈਂਡੈਂਸ ਹੈ ਨਾ ਗਾਜ਼ਾ ਦੀ ਸਪਲਾਈ ਲਾਈਨ, ਉਹ ਸਾਰੀ ਇਜ਼ਰਾਈਲ ਦੇ ਰਾਹੀਂ ਆਉਂਦੀ ਹੈ ਤੇ ਜਾਂ ਇਜਿਪਟ 'ਚ ਆਉਂਦੀ ਹੈ। ਇਜਿਪਟ ਵਾਲਾ ਜਿਹੜਾ ਬਾਰਡਰ ਆ, ਉਹਨਾਂ ਨੇ ਸੈਵਰਲ ਟਾਈਮ ਇਜ਼ਰਾਈਲ ਨੇ ਬੌਂਬ ਕੀਤਾ ਹੈਗਾ ਉਹ ਬਾਰਡਰ ਵੀ, ਇੱਧਰ ਕੋਈ ਨਿਕਲ ਨਾ ਜਾਵੇ। ਤੇ ਕਿਉਂਕਿ ਪਹਿਲੇ ਵੀ ਉਹਨਾਂ ਨੇ ਸੈਵਰਲ ਜਿਹੜੇ ਹਮਾਸ ਦੇ ਲੀਡਰਸ ਨੇ ਉਹ ਐ ਸਿੰਗਲ ਆਊਟ ਕਰਕੇ ਅਸੈਸੀਨੇਟ ਕੀਤੇ ਨੇ। ਇਹਨਾਂ ਦੀ ਮੌਸਾਡ ਜਿਹੜੀ ਸੀਕ੍ਰੇਟ ਏਜੰਸੀ ਹੈਗੀ ਆ, ਇਹ ਜਾਣੀ ਜਾਂਦੀ, ਇਹਨਾਂ ਦੀ ਲੌਂਗ ਹਿਸਟਰੀ ਹੈਗੀ ਆ। ਜਦੋਂ ਮਿਊਨਿਕ ਓਲੰਪਿਕਸ ਦੇ ਵਿੱਚ ਵੀ ਇਜ਼ਰਾਈਲੀ ਰੈਸਲਰਸ ਨੂੰ ਕਿਡਨੈਪ ਕਰ ਲਿਆ ਸੀਗਾ ਪੈਲਸਟਾਈਨ ਫਾਈਟਰਸ ਨੇ ਇਨ ਮਿਊਨਿਕ ਜਰਮਨੀ। ਉਸ ਤੋਂ ਬਾਅਦ ਜਿਹੜਾ ਸੀਗਾ ਫਿਰ ਇਹਨਾਂ ਨੇ ਮੌਸਾਡ ਦੇ ਬੰਦਿਆਂ ਨੇ ਉਹ ਸਾਰੇ ਜਿਹੜੇ ਬੰਦੇ ਸੀਗੇ ਜਿਨ੍ਹਾਂ ਦੇ ਮੇਨ ਲੀਡਰ ਸੀਗੇ, ਉਹ ਸਾਰੇ ਅਸੈਸੀਨੇਟ ਕੀਤੇ ਸੀਗੇ। ਹੁਣ ਵੀ ਇਹਨਾਂ ਵੱਲੋਂ ਅਸੈਸੀਨੇਸ਼ਨਸ ਹੋਣਗੀਆਂ, ਪਰ ਇਹ ਪਹਿਲੇ ਤਾਂ ਸਿਲੈਕਟਿਵਲੀ, ਕਿਉਂਕਿ ਹੌਸਟੇਜ ਇਜ਼ਰਾਈਲ ਦੇ ਹੈਗੇ ਨੇ ਇਹਨਾਂ ਕੋਲ ਗਾਜ਼ਾ ਦੇ ਵਿੱਚ, ਉਹਦੇ ਕਰਕੇ ਇਹਨਾਂ ਦੀਆਂ ਥੋੜ੍ਹਾ ਸੋਚਣਾ ਪੈ ਰਿਹਾ, ਕਿਉਂਕਿ ਇਹ ਆਪਣੇ ਕਿਸੇ ਵੀ ਸਿਟੀਜ਼ਨ ਦੀ ਬਹੁਤ ਜਾਨ ਦੀ ਕੀਮਤ ਰੱਖਦੇ ਹੈਗੇ ਆ। ਇਸ ਕਰਕੇ ਉਸ ਡਰ ਕਰਕੇ ਉਹ ਸ਼ੀਲਡਸ ਨੇ, ਹੁਣ ਹਿਊਮਨ ਸ਼ੀਲਡਸ, ਉਹਦੀ ਇਜ਼ਰਾਈਲ ਮੰਗ ਕਰ ਰਿਹਾ ਕਿ ਪਹਿਲੇ ਹੌਸਟੇਜ ਜਿਹੜੇ ਸਾਡੇ ਆ ਉਹ ਸਾਰੇ ਛੱਡੋ, ਨਹੀਂ ਤੁਹਾਡੀ ਟੋਟਲ ਅਸੀਂ ਬੌਂਬਿੰਗ ਕਰਕੇ ਅਸੀਂ ਡਿਸਟਰੋਏ ਕਰ ਦੇਣਾ ਗਾਜ਼ਾ ਟੋਟਲ। ਔਰ ਕਾਫੀ ਲੋਕ ਜਿਹੜੇ ਡਿਸਪਲੇਸ ਹੋਣਗੇ ਸਰ। ਇਹਦੇ ਨਾਲ ਇਹ ਹੋਇਆ ਕਿ ਹਮਾਸ ਦੀ ਜਿਹੜੀ ਪਾਪੂਲੈਰਿਟੀ ਆ ਅਮੰਗ ਪੈਲਸਟੀਨੀਅਨਸ, ਕਿਉਂਕਿ ਹੁਣ ਇਹ ਅਰਬ ਦਾ ਇਸ਼ੂ ਬਣ ਗਿਆ ਹੈਗਾ, ਸਾਰੇ ਅਰਬ ਵਰਲਡ ਦਾ, ਕਿਉਂਕਿ ਇਜ਼ਰਾਈਲ ਦੀ ਤੇ ਸਾਊਦੀ ਅਰੇਬੀਆ ਦੀ ਬਹੁਤ ਵੱਡੀ ਡੀਲ ਚੱਲ ਰਹੀ ਸੀ, ਪੀਸ ਡੀਲ ਚੱਲ ਰਹੀ ਸੀ। ਪਹਿਲੇ ਉਹਨਾਂ ਦੇ ਆਪਸ 'ਚ ਰਿਲੇਸ਼ਨਸ਼ਿਪ ਹੈ ਨਹੀਂ ਸੀਗੇ, ਹੁਣ ਅਮਰੀਕਾ ਨੇ ਵਿੱਚ ਪੈ ਕੇ ਐਜ਼ ਨੈਗੋਸ਼ੀਏਟਰ ਉਹਨਾਂ ਦੀਆਂ
ਕਾਫੀ ਹੱਦ ਤੱਕ ਬੈਠਕਾਂ ਹੋਈਆਂ ਸੀ ਤੇ ਉਹ ਨੇੜੇ ਸੀਗੇ ਪੀਸ ਡੀਲ ਦੇ ਵਿੱਚ, ਜਿਹੜਾ ਕਿ ਪਹਿਲਾ ਕੰਟੈਕਟ ਡਿਪਲੋਮੈਟਿਕ ਇਹਨਾਂ ਦਾ ਹੋਣਾ ਸੀਗਾ। ਇਸ ਤੋਂ ਪਹਿਲੇ UAE ਦੇ ਨਾਲ ਤੇ ਬਹਿਰੀਨ ਦੇ ਨਾਲ ਇਜ਼ਰਾਈਲ ਦੇ ਕੰਟੈਕਟ ਐਸਟੈਬਲਿਸ਼ ਕਰਾ ਚੁੱਕਾ ਅਮਰੀਕਾ। ਉਸ ਨੂੰ ਵੀ ਹੁਣ ਬਹੁਤ ਵੱਡੀ ਸੱਟ ਵੱਜੀ ਆ ਉਸ ਪੀਸ ਡੀਲ ਨੂੰ, ਕਿ ਉਹ ਸਾਰੀ ਹਾਈਜੈਕ ਹੋ ਗਈ ਆ। ਇਹਦੇ ਨਾਲ ਜਿਹੜਾ ਹੈਗਾ ਕਨਫਲਿਕਟ, ਜਿਹੜਾ ਤਾਂ ਡਰ ਇਹਦਾ ਇਹ ਹੈਗਾ ਕਿ ਇਹ ਸੀਰੀਆ ਤੇ ਲੈਬਨਾਨ ਦੇ ਨਾਲ ਵੀ ਕਿਤੇ ਸਟਰਗਲ ਦੇ ਵਿੱਚ ਇਹਨਾਂ ਦਾ ਕਨਫਲਿਕਟ ਵੱਧ ਨਾ ਜਾਵੇ। ਹਿਊਮੈਨਿਟੇਰੀਅਨ ਕ੍ਰਾਈਸਿਸ ਦਾ ਅੱਜ ਦੁਨੀਆ ਅੱਗੇ ਬਹੁਤ ਵੱਡਾ ਹਿਊਮੈਨਿਟੇਰੀਅਨ ਕ੍ਰਾਈਸਿਸ ਹੈਗੀ ਆ। ਹੁਣ ਲਾਸਟ ਈਵਨਿੰਗ ਯੂਨਾਈਟਿਡ ਨੇਸ਼ਨਸ ਦੇ ਜਨਰਲ ਸੈਕਟਰੀ ਨੇ ਅਪੀਲ ਕੀਤੀ ਹੈਗੀ ਆਫਟਰ ਐਮਰਜੈਂਸੀ ਮੀਟਿੰਗ ਆਫ ਦਾ ਸਿਕਿਉਰਿਟੀ ਕੌਂਸਲ, ਕਿ ਇੱਥੇ ਇਹਨਾਂ ਨੂੰ ਸੀਜ਼ ਫਾਇਰ ਕਰਨੀ ਚਾਹੀਦੀ ਹੈ ਇਜ਼ਰਾਈਲ ਨੂੰ, ਤਾਂ ਕਿ ਜਿਹੜਾ ਹੋਰ ਮਤਲਬ ਕਿ ਹਿਊਮੈਨਿਟੇਰੀਅਨ ਕ੍ਰਾਈਸਿਸ ਹੋਰ ਵੱਡਾ ਨਾ ਹੋਵੇ। ਪਹਿਲੇ ਉੱਥੇ ਕੋਈ ਫੂਡ ਨਹੀਂ ਜਾਣ ਦਿੱਤਾ ਜਾ ਰਿਹਾ, ਕੋਈ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਹੈਗੀ ਆ, ਟੋਟਲ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਹੈ। ਕਿਉਂਕਿ ਜੀ ਇਸ ਮਸਲੇ ਤੇ ਹੋਰ ਵੀ ਅਪਡੇਟਸ ਜਿਹੜੀਆਂ ਆਪਾਂ ਸਮੇਂ ਤੋਂ ਸਮੇਂ ਤੇ ਗੱਲ ਕਰਦੇ ਰਵਾਂਗੇ, ਪਰ ਪੰਜਾਬ ਨਾਲ ਜੁੜੇ ਹੋਏ ਦੋ ਪ੍ਰਮੁੱਖ ਸਵਾਲ ਨੇ ਮੇਰੇ, ਜਿਹੜੇ ਮੈਂ ਚਾਹੁੰਦੀ ਹਾਂ ਕਿ ਆਪਾਂ ਉਹਨਾਂ ਨੂੰ ਐਡਰੈਸ ਕਰੀਏ। ਸਭ ਤੋਂ ਪਹਿਲਾਂ ਤਾਂ SYL ਦੇ ਮੁੱਦੇ ਦੇ ਉੱਤੇ ਓਪਨ ਡਿਬੇਟ ਕਰਾਉਣ ਦੇ ਲਈ ਸਾਡੀ ਸਰਕਾਰ ਨੇ, ਪੰਜਾਬ ਸਰਕਾਰ ਨੇ ਚੁਣਿਆ ਜੀ। ਪਹਿਲਾਂ ਟੈਗੋਰ ਥੀਏਟਰ ਚੁਣਿਆ ਸੀ, ਉਹ ਤੋਂ ਫਿਰ ਯੂ ਟਰਨ ਮਾਰਨੀ ਪਈ, ਔਰ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਆਡੀਟੋਰੀਅਮ। ਹੁਣ ਜਿਹੜੀ ਨਵੀਂ ਖਬਰ ਮੇਰੇ ਸਾਹਮਣੇ ਆਈ ਹੈ, ਨਵਾਂ ਪੱਖ, ਉਹ ਹੈ ਕਿ ਸੁਨੀਲ ਜਾਖੜ ਜੀ ਨੇ ਕਿਹਾ ਕਿ ਅਸੀਂ ਡਿਬੇਟ ਚਾਹਾਂਗੇ, ਪਰ ਤੁਸੀਂ 3 ਮੈਂਬਰਾਂ ਦੀ ਕਮੇਟੀ ਬਣਾਓ। ਇੱਕ ਮੈਂਬਰ ਹੋਣਗੇ ਜਿਹੜੇ ਗਾਂਧੀ ਸਾਹਿਬ ਨੇ ਪਟਿਆਲਾ ਤੋਂ, ਧਰਮਵੀਰ ਗਾਂਧੀ ਜੀ। ਦੂਸਰੇ ਹੋਣਗੇ MLA ਕੰਵਰ ਸੰਧੂ ਜੀ, ਜਿਹੜੇ ਆਮ ਆਦਮੀ ਪਾਰਟੀ ਚੋਂ ਹੀ MLA ਰਹੇ ਨੇ ਪਹਿਲਾਂ। ਨਾਲ ਡਾਕਟਰ ਐਡਵੋਕੇਟ ਫੂਲਕਾ ਜੀ, ਜਿਹੜੇ 1984 ਦੇ ਕੇਸਿਸ ਲੜ ਰਹੇ ਨੇ। ਸਰ, ਹੁਣ ਇੱਥੇ ਤੁਹਾਡਾ ਕੀ ਕਹਿਣਾ ਹੋਏਗਾ? ਇਹ ਤਾਂ BJP ਦੇ ਪ੍ਰੈਜ਼ੀਡੈਂਟ ਸੁਨੀਲ ਜਾਖੜ ਨੇ ਡਿਮਾਂਡ ਰੱਖੀ ਹੈ ਨਾ, ਹਜੇ ਗਵਰਨਮੈਂਟ ਤਾਂ ਇਸ ਬਾਰੇ ਮੰਨੀ ਨਹੀਂ ਹੈ। ਇਹ ਕੱਲ ਜਿਹੜੀ ਹੋਰ ਇਹਦੀ ਨਾਲ, ਕਿਉਂਕਿ ਇਹ ਬੜਾ ਸੀਰੀਅਸ ਇਸ਼ੂ ਸੀਗਾ, ਜਿਹਨੂੰ ਕਿ ਚੀਫ ਮਿਨਿਸਟਰ ਭਗਵੰਤ ਮਾਨ ਨੇ ਇੱਕ ਮਾਹੌਲ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਇਸ ਮਾਹੌਲ ਨੂੰ ਹੋਰ ਵੱਡਾ ਕਰਨ ਲਈ ਦੂਜੀਆਂ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਹ ਵੀ ਟਵੀਟਾਂ ਦੇ ਰਾਹੀਂ ਇਹਨੂੰ ਇੱਕ ਬਹੁਤ ਇਹਦੇ ਨਾਲ ਮਜ਼ਾਕ ਕਰ ਰਹੀਆਂ ਨੇ, ਐਡੇ ਸੀਰੀਅਸ ਇਸ਼ੂ ਦੇ ਨਾਲ। ਜਦ ਕਿ ਹੋਣਾ ਤਾਂ ਚਾਹੀਦਾ ਸੀ ਕਿ ਆਲ ਪਾਰਟੀ ਮੀਟਿੰਗ ਸੱਦੀ ਜਾਣੀ ਚਾਹੀਦੀ ਸੀ, ਤੇ ਹੋਰ ਵੀ ਡਿਫਰੈਂਟ ਸੈਗਮੈਂਟਸ ਆਫ ਦਾ ਸੋਸਾਇਟੀ, ਜਿਵੇਂ ਕਿ ਕਿਸਾਨ ਜਥੇਬੰਦੀਆਂ ਨੇ ਜਾਂ ਹੋਰ ਧਿਰਾਂ ਨੇ ਜਿਹੜੀਆਂ ਕਿ ਇੰਟਲੈਕਚੁਅਲੀ ਜੁੜੀਆਂ ਹੋਈਆਂ ਨੇ ਇਸ ਇਸ਼ੂ ਦੇ ਨਾਲ, ਉਹਨਾਂ ਦੀ ਮੀਟਿੰਗ ਸੱਦੀ ਜਾਣੀ ਚਾਹੀਦੀ ਸੀ, ਤਾਂ ਕਿ ਇੱਕ ਪੰਜਾਬ ਅੰਡਰ ਦੀ ਕਮਾਂਡ ਆਫ ਚੀਫ ਮਿਨਿਸਟਰ ਭਗਵੰਤ ਮਾਨ ਇੱਕ ਜੁਆਇੰਟ ਸਟ੍ਰੈਟਜੀ ਡਿਵੈਲਪ ਕਰ ਸਕਦਾ। ਕਿਉਂਕਿ ਪਹਿਲੇ ਇਹਨਾਂ ਨੇ ਟੈਗੋਰ ਥੀਏਟਰ ਵਿੱਚ ਕਰਾਉਣੀ ਚਾਹੀ ਸੀ, ਉੱਥੋਂ ਮਨਾ ਹੋ ਗਿਆ। ਹੁਣ ਇਹਨਾਂ ਨੇ PAU ਦੇ ਵਿੱਚ ਕਰਾ ਰਹੇ ਨੇ, ਬਹੁਤ ਵੱਡਾ ਆਡੀਟੋਰੀਅਮ, ਉੱਥੇ 1200 ਸੀਟ ਦਾ ਆਡੀਟੋਰੀਅਮ ਹੈਗਾ, 600 ਬੰਦਾ ਥੱਲੇ ਬਹਿੰਦਾ, 300 ਬੰਦਾ ਬਾਲਕੋਨੀ 'ਚ ਬਹਿੰਦਾ ਹੈਗਾ। ਪਹਿਲੇ ਇਹ ਵੀ ਡਿਸਾਈਡ ਹੋਊਗਾ ਵੀ ਕਿੰਨੇ ਬੰਦੇ ਉਹਦੇ ਅੰਦਰ ਆ ਸਕਣਗੇ ਕਿ ਨਹੀਂ ਆ ਸਕਣਗੇ। ਹੁਣ ਜਿਹੜੀ ਪਹਿਲੇ ਸੁਨੀਲ ਜਾਖੜ ਨੇ ਟੈਗੋਰ ਥੀਏਟਰ ਵੇਲੇ ਨਾ ਕਰਤੀ ਸੀ ਵੀ ਅਸੀਂ ਇੱਥੇ ਕੋਈ ਐਕਟਿੰਗ ਕਰਨ ਨਹੀਂ ਜਾਣਾ, ਪਰ ਇੱਕ ਹੋਰ ਜਿਹੜੀ ਵੱਡੀ ਡਿਵੈਲਪਮੈਂਟ ਹੋਈ, ਅਕਾਲੀ ਦਲ ਨੇ ਕੱਲ ਵੇਹਮੈਂਟਲੀ ਇਹ ਕਹਿਤਾ ਹੈਗਾ ਕਿ ਅਸੀਂ ਇਸ ਡਿਬੇਟ ਵਿੱਚ ਸ਼ਾਮਲ ਨਹੀਂ ਹੋਵਾਂਗੇ, ਕਿ ਸਾਨੂੰ ਸਾਡੀਆਂ ਜਿਹੋ ਜਿਹੀਆਂ ਸੂਹ ਆ ਰਹੀਆਂ ਨੇ ਕਿ ਉਸ ਦਿਨ 1 ਨਵੰਬਰ ਨੂੰ ਜਿਹੜੀ ਸੈਂਟਰ ਦੀ ਸਰਵੇ ਦੀ ਟੀਮ ਆ, ਜਿਹਦੇ ਬਾਰੇ ਸੁਪਰੀਮ ਕੋਰਟ ਨੇ ਆਰਡਰ ਕੀਤਾ, ਉਹ ਪੰਜਾਬ 'ਚ ਆ ਰਹੀ ਹੈਗੀ ਆ, ਜਦ ਕਿ ਗਵਰਨਮੈਂਟ ਵੱਲੋਂ ਇਸ ਤਰ੍ਹਾਂ ਦੀ ਕੋਈ ਐਕਨੋਲੇਜਮੈਂਟ ਨਹੀਂ ਹੋਈ। ਪੰਜਾਬ ਗਵਰਨਮੈਂਟ ਵੱਲੋਂ ਇਸ ਸਰਵੇ ਟੀਮ 1 ਨਵੰਬਰ ਨੂੰ ਆ ਰਹੀ। ਮੇਰਾ ਖਿਆਲ ਉਹਨਾਂ ਨੇ ਸਕੇਪ ਗੋਟ ਲੱਭੀ ਆ ਅਕਾਲੀ ਦਲ ਨੇ, ਕਿਉਂਕਿ ਅਕਾਲੀ ਦਲ ਲਈ ਇਸ ਟਾਈਮ 'ਤੇ ਜੋ ਪੋਲੀਟੀਕਲ ਸਿਚੁਏਸ਼ਨ ਹੈਗੀ ਆ, ਉਹ ਬੜੀ ਗ੍ਰੇਵ ਸਿਚੁਏਸ਼ਨ ਆ। ਉਹਨਾਂ ਤੋਂ ਲੋਕਾਂ ਨੂੰ ਫੇਸ ਨਹੀਂ ਕੀਤਾ ਜਾ ਰਿਹਾ, ਕਿਉਂਕਿ ਜਿਹੜੀ SYL ਦੇ ਵਿੱਚ ਜਿੰਨੀ ਬਣੀ ਸੀਗੀ, ਜੋ ਇਹਦੀ ਉਲਝਣ ਵਧੀਆਂ ਨੇ ਉਲਝਣਾ, ਉਹਦੇ ਲਈ ਸਾਰਿਆਂ ਨਾਲੋਂ ਵੱਡੀ ਭੂਮਿਕਾ ਅਕਾਲੀ ਦਲ ਦੀ ਲੀਡਰਸ਼ਿਪ ਦੀ ਆ, ਤੇ ਦੂਸਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ ਹੈ। ਇਸ ਕਰਕੇ ਡਿਬੇਟ ਤੋਂ ਭੱਜ ਰਹੇ ਨੇ, ਤਾਂ ਅਕਾਲੀ ਦਲ ਡਿਬੇਟ ਤੋਂ ਭੱਜ ਰਿਹਾ, ਜਿਹੜਾ ਕਿ ਉਹਨਾਂ ਲਈ ਮੈਂ ਕਹਿੰਦਾ ਕਿ ਬਹੁਤ ਗਲਤ ਸਟੈਪ ਲਿਆ ਉਹਨਾਂ ਨੇ। ਇਹਦੇ ਵਿੱਚ ਸੁਖਬੀਰ ਬਾਦਲ ਨੂੰ ਬਤੌਰ ਪ੍ਰੈਜ਼ੀਡੈਂਟ ਅਕਾਲੀ ਦਲ, ਉਹਨਾਂ ਨੂੰ ਆਉਣਾ ਚਾਹੀਦਾ ਡਿਬੇਟ ਵਿੱਚ। ਜੋ ਵੀ ਇਸ਼ੂਜ਼ ਉਹਨਾਂ ਦੀ ਲੀਡਰਸ਼ਿਪ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਕਲੈਰੀਫਾਈ ਕਰਨਾ ਚਾਹੀਦਾ। ਜੇ ਕਿੱਥੇ ਅੰਡਰਸਟੈਂਡਿੰਗ ਦੇ ਵਿੱਚ ਉਹਨਾਂ ਤੋਂ ਪਹਿਲੇ ਗਲਤੀਆਂ ਹੋਈਆਂ ਨੇ, ਉਹਦਾ ਲੋਕਾਂ ਸਾਹਮਣੇ, ਪੰਜਾਬ ਦੇ ਲੋਕਾਂ ਸਾਹਮਣੇ ਇਕਬਾਲ ਕਰਨਾ ਚਾਹੀਦਾ ਕਿ ਸਾਡੀਆਂ ਜਜਮੈਂਟਲ ਐਰਰਸ ਹੋਈਆਂ ਨੇ ਫਰੋਮ ਟਾਈਮ ਟੂ ਟਾਈਮ, ਜਿਹਦੇ ਕਰਕੇ ਅਸੀਂ ਅੱਜ
ਇਸ ਮਤਲਬ ਕਿ ਸਥਾਨ ਤੇ ਆ ਕੇ ਖੜੇ ਆ ਕਿ ਸਾਡੇ ਹੱਥੋਂ ਸਾਰਾ ਕੁਝ ਨਿਕਲਦਾ ਜਾ ਰਿਹਾ। ਉਹਦੀ ਮਾੜੀ ਸੁਜੈਸ਼ਨ ਨਹੀਂ ਹੈਗੀ, ਮੇਰਾ ਖਿਆਲ ਜੋ ਉਹਨੇ ਗੁੱਡ ਇੰਟੈਂਸ਼ਨ ਨਾਲ ਰੱਖੀ ਗਈ ਹੈਗੀ ਆ ਸੁਜੈਸ਼ਨ, ਮੇਰਾ ਖਿਆਲ ਇਸ ਤੇ ਉਹਨਾਂ ਨੂੰ ਕੰਸੀਡਰ ਕਰਨਾ ਚਾਹੀਦਾ ਪੰਜਾਬ ਗਵਰਨਮੈਂਟ। ਮੇਰਾ ਆਖਰੀ ਸਵਾਲ ਤੁਹਾਡੇ ਵੱਲ ਕੁਕੀ ਜੀ। ਹਾਂਜੀ। ਅਮਿਤ ਸ਼ਾਹ ਜੀ ਹੋਮ ਮਿਨਿਸਟਰ ਇੰਡੀਆ, ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦੇ ਪ੍ਰਾਈਮ ਮਿਨਿਸਟਰ ਮੋਦੀ ਸੱਤਾ ਦੇ ਵਿੱਚ ਆਏ ਨੇ 2014 ਤੋਂ, ਉਹਨਾਂ ਨੇ ਸਿੱਖਾਂ ਦੇ ਨਾਲ ਇਨਸਾਫ ਕੀਤਾ ਹੈ, ਜਸਟਿਸ ਮਿਲੀ ਹੈ ਸਿੱਖਾਂ ਨੂੰ। ਉਹਨਾਂ ਨੇ ਕਈ ਆਪਣੇ ਤਰਕ ਦਿੱਤੇ ਨੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਪ੍ਰੋਗਰਾਮ ਸੀ ਜਿਹਦੇ ਵਿੱਚ ਬੋਲਦੇ ਹੋਏ ਉਹਨਾਂ ਨੇ ਐਵੇਂ ਲੱਗਿਆ ਕਿ ਸਿੱਖ ਵੋਟਰਸ ਨੂੰ ਇਹ ਦੱਸਣ ਦੇ ਲਈ ਕਿ ਤੁਹਾਡੇ ਲਈ ਮੋਦੀ ਸਾਹਿਬ ਨੇ ਕੀ ਕੀਤਾ ਹੈ, ਉਹਨਾਂ ਨੇ ਆਪਣਾ ਭਾਸ਼ਣ ਦਿੱਤਾ। ਉਹਨਾਂ ਨੇ ਕਿਹਾ ਕਿ ਜਦੋਂ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣਦੇ ਨੇ ਉਸ ਤੋਂ ਪਹਿਲਾਂ ਕੋਈ ਵੀ ਗ੍ਰਿਫਤਾਰੀਆਂ ਨਹੀਂ ਸੀ ਹੋਈਆਂ। 84 ਦੇ ਕਤਲੇਆਮ, ਜਿਹੜਾ ਜਿਹਨੂੰ ਅਮਿਤ ਸ਼ਾਹ ਜੀ ਵੱਲੋਂ ਰਾਈਟ ਨਾਮ ਤੋਂ ਹੀ ਬੁਲਾਇਆ ਗਿਆ ਹੈਗਾ, ਕਿ ਗ੍ਰਿਫਤਾਰੀਆਂ ਜਿਹੜੀਆਂ ਨੇ ਮੋਦੀ ਸਾਹਿਬ ਨੇ ਕਰਵਾਈਆਂ ਨੇ। ਦੁਬਾਰਾ ਜਿਹੜੇ ਕੇਸ 300 ਰੀਓਪਨ ਹੋਏ ਨੇ ਮੋਦੀ ਸਾਹਿਬ ਨੇ ਕਰਵਾਏ ਨੇ। ਤੇ ਜਿਹੜਾ CAA ਜਿਹੜਾ ਐਕਟ ਹੈਗਾ ਉਹਦੇ ਥਰੂ ਜਿਹੜੇ ਗੁਆਂਢੀ ਦੇਸ਼ਾਂ ਦੇ ਵਿੱਚ ਜਿਵੇਂ ਅਫਗਾਨਿਸਤਾਨ, ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਸਿੱਧੀ ਸਿਟੀਜ਼ਨ ਦੇਣ ਦਾ ਮਤਲਬ ਕਿ ਕਈ ਕੰਮ ਅਮਿਤ ਸ਼ਾਹ ਜੀ ਨੇ ਗਣਾਏ ਨੇ ਆਪਣੇ। ਕੀ ਕਹਿਣਾ ਹੈਗਾ ਜੀ ਤੁਹਾਨੂੰ ਕਿ ਇਜ਼ ਇਟ ਇਨਫ? ਨਹੀਂ, ਔਨ ਦੀ ਸਰਫੇਸ ਤਾਂ ਜਿਹੜੀਆਂ ਗੱਲਾਂ ਕੱਲ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਕੀਤੀਆਂ ਨੇ ਉਹ ਠੀਕ ਲੱਗਦੀਆਂ ਗੱਲਾਂ, ਵੀ ਇਹਨਾਂ ਵੱਲੋਂ ਕੁਝ ਪੋਜ਼ਿਟਿਵ ਸਟੈਪਸ ਜ਼ਰੂਰ ਚੱਕੇ ਗਏ ਨੇ। ਪਰ 1984 ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਤਾਂ 1984 ਤੋਂ ਹੀ ਚੱਲ ਰਹੀ ਹੈਗੀ ਆ। 9 ਕੇ 11 ਕਮਿਸ਼ਨਸ ਬਣੇ ਹੈਗੇ ਆ, ਉਹ ਇਨਵੈਸਟੀਗੇਸ਼ਨ ਜ਼ਰੂਰ ਚੱਲਦੀ। ਇਹਨਾਂ ਨੇ ਜਿਹੜੀ SIT ਬਣਾਈ ਸੀ ਅੰਡਰ ਜਸਟਿਸ ਢੀਂਗਰਾ, ਉਹ ਇਸ ਲਈ ਬਣਾਈ ਸੀ ਵੀ ਜਿਹੜੇ ਕੇਸ ਪੂਰੀ ਤਰ੍ਹਾਂ ਇਨਵੈਸਟੀਗੇਟ ਨਹੀਂ ਹੋਏ ਉਹਨਾਂ ਨੂੰ ਰੀ ਇਨਵੈਸਟੀਗੇਸ਼ਨ ਲਈ ਖੋਲ੍ਹ ਦੇਣਾ ਚਾਹੀਦਾ। ਉਸ ਕਮਿਸ਼ਨ ਨੇ 300 ਸਮਥਿੰਗ ਕੇਸਿਸ ਖੁਲਵਾਏ ਨੇ, ਪਰ ਹੁਣ ਕਿਉਂਕਿ ਉਹਨਾਂ ਨੂੰ ਸਪੋਰਟ ਕਰਨ ਲਈ ਜਿਹੜਾ ਕਰੋਬੋਰੇਟਿਵ ਐਵੀਡੈਂਸ ਆ ਉਹ ਕਾਫੀ ਹੱਦ ਤੱਕ ਜਿਹੜਾ ਡਿਸਟਰੋਏ ਹੋ ਚੁੱਕਿਆ ਹੋਇਆ, ਇਸ ਕਰਕੇ ਉਹ ਇਨਵੈਸਟੀਗੇਸ਼ਨ ਕਿਸੇ ਤਰ ਪੱਤਨ ਲੱਗ ਨਹੀਂ ਰਹੀ। ਹਾਂ, ਇਹ ਜ਼ਰੂਰ ਆ ਵੀ ਇਹਨਾਂ ਵੇਲੇ ਸੱਜਣ ਕੁਮਾਰ ਨੂੰ ਜ਼ਰੂਰ ਜੇਲ੍ਹ 'ਚ ਡੱਕਿਆ ਗਿਆ ਹੈਗਾ ਤੇ ਉਹਨੂੰ ਮਤਲਬ ਕਿ ਉਮਰ ਕੈਦ ਦੀ ਸਜ਼ਾ ਹੋਈ ਹੈ। ਪਰ ਇਹ ਤਾਂ ਨਹੀਂ ਕਿ ਇਹਨਾਂ ਨੇ ਜੁਡੀਸ਼ਰੀ ਨੂੰ ਇਨਫਲੂਐਂਸ ਕਰਦਾ, ਵੀ ਇਹ ਹੈਗਾ ਕਿ ਹੁਣ ਥੋੜ੍ਹੀ ਉਹਨਾਂ ਨੇ ਪੁਲਿਸ ਨੇ ਵੀ ਬੋਲਡਲੀ ਜਾ ਕੇ ਇਨਵੈਸਟੀਗੇਟ ਕੀਤੇ ਹੈਗੇ ਕੇਸਿਸ। ਹਜੇ ਜਗਦੀਸ਼ ਟਾਈਟਲਰ ਦਾ ਕੇਸ ਖੜਾ ਹੈਗਾ ਆਪਣੇ ਅੱਗੇ, ਕਿਉਂਕਿ ਬਾਕੀ ਜਿਹੜੇ ਰਿਮੇਨਿੰਗ ਪ੍ਰੋਮੀਨੈਂਟ ਮੈਂਬਰ ਸੀ ਕਾਂਗਰਸ ਦੇ ਉਹ ਸੀਨ ਤੋਂ ਹਟ ਚੁੱਕੇ ਨੇ। ਕੁਛ ਦੀ ਨੈਚੁਰਲ ਡੈਥ ਹੋ ਗਈ ਆ ਤੇ ਕੋਈ ਆਪਣੇ ਅਸੈਸੀਨੇਟ ਹੋ ਗਏ ਹੋਏ ਆ। ਇਸ ਕਰਕੇ ਜਿਹੜੇ ਇਹ 2 ਬੰਦੇ ਬਚਦੇ ਹੈਗੇ ਆ, ਇਹਨਾਂ ਤੇ ਦੁਬਾਰਾ ਜਗਦੀਸ਼ ਟਾਈਟਲਰ ਤੇ ਵੀ ਕੇਸ ਖੁੱਲਿਆ ਹੈਗਾ। ਪਰ ਹਜੇ ਤੱਕ ਬੜੀ ਦੇਖਣ ਵਾਲੀ ਗੱਲ ਆ ਵੀ ਅੱਜ ਤੱਕ ਉਹਨੂੰ ਇਨਵੈਸਟੀਗੇਸ਼ਨ ਦੇ ਲਈ ਅੱਜ ਤੱਕ ਵੀ ਇੱਕ ਦਿਨ ਲਈ ਵੀ ਥਾਣੇ ਨਹੀਂ ਬੁਲਾਇਆ ਗਿਆ। ਜੇਲ੍ਹ ਤਾਂ ਬਹੁਤ ਦੂਰ ਦੀ ਗੱਲ ਹੈ। ਜਦ ਕਿ ਜੇ ਕਿਸੇ ਹੋਰ ਤੇ ਕਤਲ ਦੇ ਮੁਕੱਦਮੇ ਹੋਣ ਤੇ ਇੰਨੇ ਹੀਨੀਅਸ ਕ੍ਰਾਈਮਸ ਦੇ ਨਾਲ ਉਹਨੂੰ ਅਕਿਊਜ਼ ਕੀਤਾ ਜਾ ਰਿਹਾ ਹੋਵੇ ਤਾਂ ਮੇਰਾ ਖਿਆਲ ਉਹਦੀ ਇਮੀਡੀਏਟ ਅਰੈਸਟ ਹੁੰਦੀ ਹੈ। ਇਹ ਤਾਂ ਇੱਕ ਬਹੁਤ ਛੋਟਾ ਜਿਹਾ ਮੀਅਰ ਹੈਗਾ, ਪਰ ਉਹ ਕਿਉਂ ਨਹੀਂ ਬੰਦੇ ਫੜੇ ਜਾ ਰਹੇ, ਇਹ ਇੱਕ ਆਪਣੇ ਸਿੱਖ ਲੀਡਰਸ਼ਿਪ ਅੱਗੇ ਵੀ ਸਵਾਲ ਹੈਗਾ ਤੇ ਇੱਕ ਜਿਹੜਾ ਹੈਗਾ ਪੰਜਾਬ ਦੀ ਕਾਂਗਰਸ ਅੱਗੇ ਵੀ ਸਵਾਲ ਆ ਵੀ ਉਹ ਕਿਉਂ ਨਹੀਂ ਇਹ ਇਸ਼ੂ ਜਾ ਕੇ ਰਾਹੁਲ ਗਾਂਧੀ ਹੁਣਾਂ ਕੋਲੇ ਉਠਾਉਂਦੇ ਕਿ ਇਸ ਤਰ੍ਹਾਂ ਦੇ ਜਿਹੜੇ ਹੀਨੀਅਸ ਕ੍ਰਾਈਮਸ ਜਿਹੜੇ ਸਾਡੀ ਪਾਰਟੀ ਵਿੱਚੋਂ ਕਿਸੇ ਵਰਕਰ ਤੇ ਲੱਗੇ ਨੇ, ਜਿਹਨੂੰ ਕਿ ਇਹ ਬਹੁਤ ਪ੍ਰੋਮੀਨੈਂਸ ਦਿੰਦੇ ਨੇ ਦਿੱਲੀ ਪੋਲਿਟਿਕਸ ਦੇ ਵਿੱਚ, ਉਹਨਾਂ ਨੂੰ ਕਿਉਂ ਪਾਰਟੀ 'ਚ ਹਜੇ ਤੱਕ ਰੱਖਿਆ ਜਾ ਰਿਹਾ। ਜੇ ਤੁਹਾਡੇ ਵਿੱਚ ਜਿਵੇਂ ਰਾਹੁਲ ਗਾਂਧੀ ਦਰਬਾਰ ਸਾਹਿਬ ਆਇਆ, ਉਹਨੇ ਸੇਵਾ ਕੀਤੀ, ਹਿਊਮਿਲਿਟੀ ਦਿਖਾਈ, ਹੰਬਲਨੈਸ ਦਿਖਾਈ, ਚੰਗੀ ਗੱਲ ਆਈ, ਵੈਲਕਮ ਦੈਟ। ਪਰ ਉਹਨਾਂ ਨੂੰ ਦੂਜੇ ਪਾਸੇ ਕੋਈ ਪ੍ਰੈਕਟੀਕਲਿਟੀ ਵੀ ਤਾਂ ਦਿਖਾਉਣੀ ਚਾਹੀਦੀ ਹੈ ਨਾ, ਵੀ ਜੇ ਉਹਨਾਂ ਨੂੰ ਦਰਦ ਲੱਗਦਾ ਕਿਸੇ ਕੌਮ ਦੇ ਵਿੱਚ ਦਰਦ ਹੈਗਾ ਤਾਂ ਫਿਰ ਉਹਨਾਂ ਨੂੰ ਘੱਟੋ ਘੱਟ ਬੰਦੇ ਜਿਹੜੇ ਇਹਨਾਂ ਦੀ ਪਾਰਟੀ ਵੱਲੋਂ ਨਾਮਜ਼ਦ ਹੋਏ ਹੋਏ ਆ ਉਹਨਾਂ ਤੇ ਤਾਂ ਉਹਨਾਂ ਨੂੰ ਤਾਂ ਡਿਸਐਸੋਸ਼ੀਏਟ ਕਰੋ ਆਪਣੀ ਪਾਰਟੀ 'ਚੋਂ। ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈ ਦਾ ਮਤਲਬ ਉਹ ਸ਼ੋਅ ਕਰਦੀ ਆ ਵੀ ਦੇ ਆਈ ਥਿੰਕ ਕਿ ਉਹ ਸੋਚਦੇ ਆ ਵੀ ਇਹਨੇ ਕੁਛ ਕੀਤਾ ਹੀ ਨਹੀਂ ਹੈਗਾ, ਇਹ ਗਲਤ ਤੇ ਲੱਗ ਰਹੇ ਹੈਗੇ ਦੋਸ਼ ਜਿਹੜੇ, ਜਦਕਿ ਦੋਸ਼ ਤਾਂ ਬਹੁਤ ਪਹਿਲੋਂ ਤੋਂ ਲੱਗ ਰਹੇ ਹੈਗੇ ਆ। ਮਤਲਬ ਕਿ ਇਹਨਾਂ ਨੇ ਠੀਕ ਆ, ਅਮਿਤ ਸ਼ਾਹ ਨੇ ਜੋ ਕੱਲ ਸਿੱਖਸ ਬਾਰੇ ਗੱਲਾਂ ਕੀਤੀਆਂ, ਸਿੱਖ ਕੌਮ ਬਾਰੇ ਗੱਲਾਂ ਕੀਤੀਆਂ, ਸਾਡੇ ਇਤਿਹਾਸ ਬਾਰੇ ਗੱਲਾਂ ਕੀਤੀਆਂ, ਹਾਂ ਸੁਣ ਕੇ ਚੰਗਾ ਲੱਗਦਾ ਹੈਗਾ ਕਿ ਘੱਟੋ ਘੱਟ ਐਕਨੋਲੇਜ ਤਾਂ ਕਰਨ ਲੱਗੀ ਆ ਹੁਣ ਇੰਡੀਅਨ ਗਵਰਨਮੈਂਟ। ਕਿਉਂਕਿ ਪਾਰਲੀਮੈਂਟ ਦੇ ਵਿੱਚ ਵੀ ਪਹਿਲੀ ਵਾਰੀ ਹੋਇਆ ਕਿ ਇੰਡੀਆ ਦਾ ਪ੍ਰਾਈਮ ਮਿਨਿਸਟਰ ਨੇ ਐਕਨੋਲੇਜ ਕੀਤਾ ਕਿ ਜਿਹੜਾ 1984 ਦਾ ਆਰਮੀ ਅਟੈਕ ਸੀਗਾ ਉਹ ਗਲਤ ਸੀਗਾ। ਇਟ ਵਾਜ਼ ਅ ਬੈਡ ਜਜਮੈਂਟ ਔਨ ਦਾ ਪਾਰਟ ਆਫ ਕਾਂਗਰਸ ਲੀਡਰ ਸ਼੍ਰੀਮਤੀ ਇੰਦਰਾ ਗਾਂਧੀ ਐਜ਼ ਪ੍ਰਾਈਮ ਮਿਨਿਸਟਰ। ਜੀ ਸਰ, ਇਸੇ ਨਾਲ ਜੁੜਿਆ ਇੱਕ ਫੋਲੋ ਅਪ ਕੁਐਸਚਨ ਹੈ ਜੀ ਮੇਰਾ, ਕਿ ਬੀਜੇਪੀ ਨੂੰ ਛੱਡ ਕੇ ਪੁਰਾਣੇ ਕਾਂਗਰਸੀ ਵਾਪਿਸ ਆ ਰਹੇ ਨੇ ਜੀ।
ਜਿਵੇਂ ਕਿ ਬਲਬੀਰ ਸਿੰਘ ਸਿੱਧੂ ਜੀ ਜਿਹੜੇ ਮਿਨਿਸਟਰ ਰਹੇ ਨੇ, ਰਾਈਟ। ਹੁਣ ਜਿਹੜੇ ਵਾਪਿਸ ਆਏ ਨੇ 8 ਤੋਂ 9 ਜਾਣੇ ਨੇ ਸਰ, ਇਹ ਉਹ ਨੇ ਜਿਹੜੇ ਜਦੋਂ ਚੰਨੀ ਸਾਹਿਬ ਸੀਐਮ ਬਣੇ ਸੀ ਤਾਂ ਉਸ ਸਮੇਂ ਇਹਨਾਂ ਦੇ ਵਿੱਚੋਂ ਕਈਆਂ ਦੇ ਕੋਲੋਂ ਕੈਬਨਿਟ ਮਿਨਿਸਟਰੀ ਜਿਹੜੀਆਂ ਸੀ ਉਹ ਖੁੰਝ ਗਈਆਂ ਸੀ ਔਰ ਇਹ ਨਾਰਾਜ਼ ਹੋ ਗਿਆ ਸੀ ਕਿ ਸਾਡੇ ਤੋਂ ਕੁਰਸੀ ਲੈ ਲਈ ਹੈ, ਤੇ ਫਿਰ ਬੀਜੇਪੀ ਚਲੇ ਗਏ ਸੀ। ਮਹਿਜ 1.5 ਸਾਲ ਦੇ ਵਿੱਚ ਹੀ ਇਹ ਮੈਕਸਿਮਮ 2 ਸਾਲ ਦੇ ਵਿੱਚ ਹੀ ਵਾਪਿਸ ਆ ਰਹੇ ਨੇ। ਕਿੱਥੇ ਖੜੀ ਹੈ ਜੀ ਇਹਨਾਂ ਦੀ ਵਿਚਾਰਧਾਰਾ, ਕਿਵੇਂ ਕੰਮ ਕਰਦੇ ਨੇ ਇਹ, ਕੀ ਦੇਣਗੇ ਪੰਜਾਬ ਨੂੰ? ਮੈਂ ਇਹਨਾਂ ਨੂੰ ਇੱਕ ਲਾਈਨ ਵਿੱਚ ਡਿਫਾਈਨ ਕਰਨਾ ਚਾਹੁੰਦਾ ਮਨਵੀਰ ਕਿ ਦਿਸ ਇਜ਼ ਦਾ ਐਕਸਟ੍ਰੀਮ ਸੈਂਸ ਆਫ ਪੋਲੀਟੀਕਲ ਆਪਰਚੂਨਿਜ਼ਮ, ਨਥਿੰਗ ਐਲਸ, ਨਥਿੰਗ ਮੋਰ ਹੈ। ਮਤਲਬ ਕਿ ਇਹਨਾਂ ਦੀਆਂ ਆਪਣੀਆਂ ਪੋਲੀਟੀਕਲ ਐਕਸਪੀਰੀਐਂਸਿਸ ਕਰਕੇ ਇਹ ਸਵਿਚ ਕਰਦੇ ਨੇ ਪਾਰਟੀਆਂ, ਫਿਰ ਦੁਬਾਰਾ ਰੀਸਵਿਚ ਕਰਦੇ ਨੇ। ਇਹ ਸਿਰਫ ਤੇ ਸਿਰਫ ਇਹਨਾਂ ਦੀ ਆਪ ਦੇ ਸੈਲਫਿਸ਼ ਐਂਡਸ ਨੇ ਤੇ ਇਹਨਾਂ ਦੀ ਸੈਲਫਿਸ਼ ਪੋਲਿਟਿਕਸ ਹੈਗੀਆਂ। Thank you. Yeah, nothing to do with Punjab. Thank you so much, sir. Thank you so much. Thank you.